ਸਤਿ ਸ੍ਰੀ ਅਕਾਲ, ਨਿਊਨ ਪ੍ਰਣਾਮ, ਨਮਸਕਾਰ। ਮੈਂ ਬਿਸ਼ਨੋਈ ਮਹਿੰਦਰ ਤੁਹਾਡਾ ਸਾਰਿਆਂ ਦਾ ਮਾਈਂਡਸੈਟ ਈ ਲਰਨਿੰਗ ਦੇ ਡਿਜੀਟਲ ਪਲੇਟਫਾਰਮ ਤੇ ਹਾਰਦਿਕ ਸਵਾਗਤ ਅਤੇ ਅਭਿਨੰਦਨ ਕਰਦਾ। ਅੱਜ ਜੋ ਮੈਂ ਤੁਹਾਨੂੰ ਪੜ੍ਹਾਉਣ ਜਾ ਰਿਹਾ ਹਾਂ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ। ਵਿਸ਼ੇ ਨਿਰਮਾਣ ਵਿਧੀ ਦੇ ਬਾਰੇ ਵਿੱਚ ਆਪਾਂ ਇਸ ਦੇ ਵਿੱਚ ਗੱਲ ਕਰਾਂਗੇ ਕਿ ਇੱਕ ਸਬਜੈਕਟ ਦਾ ਨਿਰਮਾਣ ਜੋ ਹੋਇਆ ਹੈ, ਇਸ ਦਾ ਨਿਰਮਾਣ ਕਿਸ ਪ੍ਰਕਾਰ ਨਾਲ ਹੋਇਆ ਹੈ, ਇਸ ਬਾਰੇ ਵਿੱਚ ਆਪਾਂ ਗੱਲ ਕਰਾਂਗੇ। ਤਾਂ ਵਿਸ਼ੇ ਨਿਰਮਾਣ ਵਿਧੀ ਇੰਨੀ ਮਹੱਤਵਪੂਰਨ ਵਿਧੀ ਹੈ ਜੋ ਹਰ ਪ੍ਰਕਾਰ ਦਾ ਲਗਭਗ ਰਾਜਸਥਾਨ ਦੇ ਵਿੱਚ 104-5 ਕੁਐਸਚਨ ਆਰਾਮ ਨਾਲ ਨਿਕਲ ਕੇ ਆਏ ਸੀ, ਜ਼ਿਆਦਾ ਵੀ ਹੋ ਸਕਦੇ ਨੇ ਕਿਉਂਕਿ ਇਹ ਮੁੱਖ ਸੀ ਇਸ ਦੇ ਵਿੱਚ। ਤਾਂ ਸਬਜੈਕਟ ਨਿਰਮਾਣ ਦੀ ਵਿਧੀ KVS ਦੇ ਵਿੱਚ, NVS ਦੇ ਵਿੱਚ, EMRS ਦੇ ਵਿੱਚ, UGC ਨੈਟ ਲੈਵਲ ਦੇ ਤੱਕ ਇੱਥੋਂ ਕੁਐਸਚਨ ਲਗਭਗ ਫਿਕਸ ਬਣਦੇ ਹੈ ਅਤੇ ਬਹੁਤ ਇਹ ਆਪਾਂ ਕਰੀਏ ਥੋੜ੍ਹਾ ਗੁੰਝਲ ਜਿਹਾ ਇਹ ਸਿਸਟਮ ਹੈ, ਟੌਪਿਕ ਹੈ, ਲੇਕਿਨ ਮੈਂ ਤੁਹਾਨੂੰ ਇਸ ਨੂੰ ਬਹੁਤ ਹੀ ਆਸਾਨ ਸ਼ਬਦਾਂ ਵਿੱਚ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਅਤੇ ਬਹੁਤ ਵਧੀਆ ਐਗਜ਼ਾਮਪਲ ਦੇ ਨਾਲ ਇਹ ਮੈਂ ਟੌਪਿਕ ਕਰਾਵਾਂਗਾ ਜੀ। ਅਤੇ ਜੋ ਵੀ ਵਿਦਿਆਰਥੀ ਮੇਰੀ ਇਹ ਕਲਾਸ ਵੇਖਦੇ ਹੈ ਸਾਰਿਆਂ ਨੂੰ ਬਿਸ਼ਨੋਈ ਮਹਿੰਦਰ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਰਾਮ ਰਾਮ, ਨਿਊਨ ਪ੍ਰਣਾਮ। ਸਾਰਿਆਂ ਦਾ ਸਵਾਗਤ ਤੁਹਾਡਾ ਮਾਈਂਡਸੈਟ ਈ ਲਰਨਿੰਗ ਦੇ ਨਾਂ 'ਤੇ। ਜਿਸ ਪ੍ਰਕਾਰ ਆਪਾਂ ਨੂੰ ਪਤਾ ਹੈ ਕਿ ਇਹ ਆਪਣੀਆਂ ਨਏ ਡਿਜੀਟਲ ਪਲੇਟਫਾਰਮ 'ਤੇ ਬਹੁਤ ਬੜੀਆਂ ਕਲਾਸਾਂ ਚੱਲ ਰਹੀਆਂ ਬੇਟਾ, ਬੜੀਆ ਇਹਨਾਂ ਨੂੰ ਦੇਖੋ। ਇਸ ਤੋਂ ਇਲਾਵਾ ਆਪਣਾ ਕੰਪਲੀਟ ਕੋਰਸ 2 ਈਅਰ ਦੀ ਕੋਰਸ ਵੈਲਿਡਿਟੀ ਦੇ ਨਾਲ ਬੱਚਿਆਂ ਨੇ ਜੁਆਇਨ ਕਰ ਰੱਖਿਆ ਹੈ, ਕਰ ਵੀ ਰਹੇ ਨੇ ਅਤੇ ਬੜੀਆ ਉਹਨਾਂ ਦੀ ਤਿਆਰੀ ਚੱਲ ਰਹੀ ਹੈ। ਤਾਂ ਤੁਸੀਂ ਵੀ ਜੇ ਚਾਹੁੰਦੇ ਹੋ ਲਾਇਬ੍ਰੇਰੀਅਨ ਬਣਨਾ ਆਉਣ ਵਾਲੇ ਸਮੇਂ ਦੇ ਵਿੱਚ, ਯਦੀ ਤੁਹਾਨੂੰ ਹੁੰਦੀ ਹੈ ਕਿ ਵੀ ਅਸੀਂ ਇਸ ਦੀ ਬੜੀਆ ਤਿਆਰੀ ਕਰ ਸਕਦੇ ਹਾਂ ਤਾਂ ਤੁਸੀਂ ਬੇਟਾ ਜੁਆਇਨ ਹੈ ਉਹ ਕਰ ਸਕਦੇ ਹੋ। ਥੱਲੇ ਆਪਣੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ। ਤਾਂ ਦੁਬਾਰਾ ਮੈਂ ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ, ਸਾਰਿਆਂ ਦਾ ਸਵਾਗਤ, ਹਾਰਦਿਕ ਅਭਿਨੰਦਨ। ਅੱਜ ਆਪਾਂ ਬਹੁਤ ਵਧੀਆ ਮੈਂ ਤੁਹਾਨੂੰ ਟੌਪਿਕ ਕਰਵਾਉਣ ਜਾ ਰਿਹਾ ਸਬਜੈਕਟ ਫੋਰਮੇਸ਼ਨ ਮੈਥਡ, ਵਿਸ਼ੇ ਨਿਰਮਾਣ ਵਿਧੀ। ਵਿਸ਼ੇ ਨਿਰਮਾਣ ਵਿਧੀ ਦੇ ਬਾਰੇ ਵਿੱਚ ਥੋੜ੍ਹੀ ਜਿਹੀ ਤੁਹਾਨੂੰ ਓਵਰਵਿਊ ਦੱਸ ਦੇਣਾ। ਵਿਸ਼ੇ ਨਿਰਮਾਣ ਵਿਧੀ ਦੀ ਸ਼ੁਰੂਆਤ ਡਾਕਟਰ ਸ਼ਾਲੀਰਾਮਾਮ੍ਰਿਤਾ ਰੰਗਾਨਾਥਨ ਅਈਅਰ ਨੇ ਕੀਤੀ ਸੀ ਬੇਟਾ, ਠੀਕ ਹੈ। ਇਹਨਾਂ ਦਾ 1950 ਈਸਵੀ ਦੇ ਵਿੱਚ ਇੱਕ ਆਰਟੀਕਲ ਆਇਆ ਸੀ ਜਿਸ ਦੇ ਵਿੱਚ ਇਹਨਾਂ ਨੇ 4 ਪ੍ਰਕਾਰ ਦੀਆਂ ਵਿਸ਼ੇ ਨਿਰਮਾਣ ਵਿਧੀਆਂ ਦਿੱਤੀਆਂ ਸਨ। ਲੇਕਿਨ ਇਹਨਾਂ ਦਾ ਪਹਿਲੀ ਵਾਰ ਇਹਨਾਂ ਦਾ ਵਰਣਨ ਇਹਨਾਂ ਦੀ ਕਿਤਾਬ ਆਉਂਦੀ ਹੈ ਬੇਟਾ ਪ੍ਰੋਲੇਗੇਮਾ ਟੂ ਲਾਇਬ੍ਰੇਰੀ ਕਲਾਸੀਫਿਕੇਸ਼ਨ। ਇਸ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾ ਹੈ ਜੋ ਪ੍ਰੋਲੇਗਾ, ਇਸ ਦਾ ਜੋ ਵਿਸਤਾਰਪੂਰਵਕ ਵਰਣਨ ਇਹਨਾਂ ਨੇ ਕੀਤਾ ਹੈ। ਨਿਰਮਾਣ 1950 ਈਸਵੀ ਵਿੱਚ ਪਹਿਲੀ ਵਾਰ ਜਿਸ ਕਿਤਾਬ ਦੇ ਵਿੱਚ ਇਹਨਾਂ ਨੇ ਪੇਸ਼ ਕੀਤਾ ਸੀ, ਜੇ ਸ਼ੁਰੂਆਤ ਦੇ ਵਿੱਚ ਆਇਆ ਸੀ ਬੇਟਾ, ਉਹ ਇੱਕ ਆਰਟੀਕਲ ਸੀ ਜਿਸ ਦੇ ਵਿੱਚ 4 ਪ੍ਰਕਾਰ ਦੀਆਂ ਵਿਸ਼ੇ ਨਿਰਮਾਣ ਵਿਧੀਆਂ ਇਹਨਾਂ ਨੇ ਦਿੱਤੀਆਂ। ਨਿਰਮਾਣ ਕਰਤਾ ਹੈ ਡਾਕਟਰ ਸ਼ਾਲੀਰਾਮਾਮ੍ਰਿਤਾ ਰੰਗਾਨਾਥਨ ਅਈਅਰ। ਫਿਰ ਇਹਨਾਂ ਦੀ ਕਿਤਾਬ ਆਉਂਦੀ ਹੈ 1957 ਈਸਵੀ ਦੇ ਵਿੱਚ ਪ੍ਰੋਲੇਗੇਮਾ ਟੂ ਲਾਇਬ੍ਰੇਰੀ ਕਲਾਸੀਫਿਕੇਸ਼ਨ। ਹੁਣ ਜੋ ਪ੍ਰੋਲੇਗੇਮਾ ਟੂ ਲਾਇਬ੍ਰੇਰੀ ਕਲਾਸੀਫਿਕੇਸ਼ਨ ਹੈ ਬੇਟਾ, ਇਸ ਦੇ 3 ਐਡੀਸ਼ਨ ਆਏ ਸਨ 1937, 1957 ਅਤੇ 1967 ਈਸਵੀ ਦੇ ਵਿੱਚ। ਲੇਕਿਨ ਜੋ 1957 ਈਸਵੀ ਵਿੱਚ ਇਹਨਾਂ ਦੀ ਸੈਕੰਡ ਐਡੀਸ਼ਨ ਆਉਂਦਾ ਹੈ ਪ੍ਰੋਲੇਗੇਮਾ ਟੂ ਲਾਇਬ੍ਰੇਰੀ ਕਲਾਸੀਫਿਕੇਸ਼ਨ, ਇਹਨਾਂ ਦੇ ਵਿੱਚ ਇਹਨਾਂ ਨੇ ਸਬਜੈਕਟ ਨਿਰਮਾਣ ਵਿਧੀ ਦਾ ਜੋ ਹੈ ਉਲੇਖ ਕੀਤਾ ਸੀ, ਵਰਣਨ ਕੀਤਾ ਸੀ, ਜਿਸ ਦੇ ਵਿੱਚ ਇਹਨਾਂ ਨੇ ਜੋ ਹੈ 4 ਪ੍ਰਕਾਰ ਦੀ ਵਿਸ਼ੇ ਨਿਰਮਾਣ ਪ੍ਰਕਾਰ ਦੀ ਵਿਧੀਆਂ। ਫਿਰ ਇਹਨਾਂ ਦਾ ਇੱਕ ਸਮਾਂ ਆਉਂਦਾ ਹੈ 1960 ਈਸਵੀ ਵਿੱਚ। 1960 ਈਸਵੀ ਵਿੱਚ ਇਹਨਾਂ ਨੇ 2 ਹੋਰ ਜੋ ਹੈ ਵਿਸ਼ੇ ਨਿਰਮਾਣ ਵਿਧੀਆਂ ਦਾ ਨਿਰਮਾਣ ਕੀਤਾ। ਅਤੇ ਫਿਰ ਇੱਕ ਸਮਾਂ ਆਉਂਦਾ ਹੈ ਸਨ 1973 ਈਸਵੀ ਦੇ ਵਿੱਚ ਜੋ DRTC ਤੋਂ ਡਾਕੂਮੈਂਟ ਰਿਸਰਚ ਐਂਡ ਟ੍ਰੇਨਿੰਗ ਸੈਂਟਰ ਬੈਂਗਲੋਰ ਕਰਨਾਟਕਾ ਵਿਖੇ, ਜਿਸ ਦੀ ਸਥਾਪਨਾ ਡਾਕਟਰ ਸ਼ਾਲੀਰਾਮਾਮ੍ਰਿਤਾ ਰੰਗਾਨਾਥਨ ਅਈਅਰ ਦੇ ਸਹਿਯੋਗ ਨਾਲ ਹੋਈ ਸੀ ਅਤੇ ਜਿਸ ਦੀ ਸਥਾਪਨਾ ISI ਇੰਡੀਅਨ ਸਟੈਟਿਕਲ ਇੰਸਟੀਚਿਊਟ ਦੇ ਦੁਆਰਾ ਕੀਤੀ ਗਈ ਸੀ, ਜੋ ਭਾਰਤ ਦੇ ਵਿੱਚ ਪ੍ਰਲੇਖਣ ਦੇ ਖੇਤਰ ਦੇ ਵਿੱਚ ਇਹ ਕੰਮ ਕਰਦਾ ਹੈ ਜੀ, DRTC। ਇਸੇ ਤੋਂ ਇੱਕ ਵਿਅਕਤੀ ਆਉਂਦੇ ਨੇ AK ਨੀਲ ਮੈਗਨ, ਅਤੇ ਉਹ 1973 ਈਸਵੀ ਵਿੱਚ ਸਬਜੈਕਟ ਨਿਰਮਾਣ ਵਿਧੀ ਨੂੰ ਹੈ ਜੋ ਵਿਗਿਆਨਿਕ ਆਧਾਰ ਪ੍ਰਦਾਨ ਕਰਦੇ। ਤਾਂ ਕੁਐਸਚਨ ਅਲੱਗ-ਅਲੱਗ ਪ੍ਰਕਾਰ ਦੇ ਬਣਦੇ ਨੇ, ਕਿਸ ਪ੍ਰਕਾਰ ਬਣ ਸਕਦੇ ਉਹਨਾਂ ਬਾਅਦ ਜੋ ਇੰਨਾ ਕਰਵਾਇਆ ਇਸ ਵਿੱਚ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕੁਐਸਚਨ ਕਿਸ ਪ੍ਰਕਾਰ ਬਣਦੇ ਨੇ। ਕੁਐਸਚਨ ਯਦੀ ਪੁੱਛੇ ਕਿ ਵਿਸ਼ੇ ਨਿਰਮਾਣ ਵਿਧੀ ਦੀ ਸ਼ੁਰੂਆਤ ਕਿਸਨੇ ਕੀਤੀ ਸੀ, ਤਾਂ ਡਾਕਟਰ ਸ਼ਾਲੀਰਾਮਾਮ੍ਰਿਤਾ ਰੰਗਾਨਾਥਨ ਅਈਅਰ ਨੇ ਕੀਤੀ ਸੀ। ਪਹਿਲੀ ਵਾਰ ਕਿੰਨੇ ਦਿੱਤੇ ਸਨ, ਤਾਂ 4 ਦਿੱਤੇ ਸਨ ਬੇਟਾ। ਕਿਹੜੇ ਦਿੱਤੇ ਹੋ ਆਪਾਂ ਗੱਲ ਕਰਾਂਗੇ। ਇਸ ਤੋਂ ਇਲਾਵਾ ਪਹਿਲੀ ਪੁਸਤਕ ਕਿਹੜੀ ਸੀ ਜਿਸ ਦੇ ਵਿੱਚ ਇਹਨਾਂ ਦਾ ਵਰਣਨ ਹੋਇਆ, ਤਾਂ ਪ੍ਰੋਲੇਗੇਮਾ ਟੂ ਲਾਇਬ੍ਰੇਰੀ ਕਲਾਸੀਫਿਕੇਸ਼ਨ ਨਾਂ ਦੀ ਪੁਸਤਕ ਸੀ, ਜਿਸ ਦੇ ਵਿੱਚ ਡਾਕਟਰ ਸ਼ਾਲੀਰਾਮਾਮ੍ਰਿਤਾ ਰੰਗਾਨਾਥਨ ਅਈਅਰ ਨੇ ਪਹਿਲੀ ਵਾਰ 4 ਪ੍ਰਕਾਰ ਦੇ ਵਿਸ਼ੇ ਨਿਰਮਾਣ ਵਿਧੀ ਇਹਨਾਂ ਨੇ ਦਿੱਤੀ ਹੈ ਜੀ, ਠੀਕ ਹੈ। ਫਿਰ 1960 ਈਸਵੀ ਵਿੱਚ ਇਹਨਾਂ ਨੇ 2 ਪ੍ਰਕਾਰ ਦੀ ਹੋਰ ਦਿੱਤੀ ਹੈ ਬੇਟਾ, ਉਹ ਵੀ ਮੈਂ ਤੁਹਾਨੂੰ ਦੱਸਾਂ। ਲੇਕਿਨ ਇੱਕ ਵਿਅਕਤੀ ਆਉਂਦੇ ਨੇ AK ਨੀਲ ਮੈਗਨ, ਜੋ ਜਿਨ੍ਹਾਂ ਦਾ ਸਹਿਯੋਗ ਕੋਲਨ ਕਲਾਸੀਫਿਕੇਸ਼ਨ ਦੇ 7ਵੇਂ ਐਡੀਸ਼ਨ ਦੇ ਵਿੱਚ ਵੀ ਰਿਹਾ ਹੈ। ਇਹਨਾਂ ਨੇ 1973 ਈਸਵੀ ਵਿੱਚ ਜੋ ਆਇਆ ਸੀ ਡਾਕਟਰ ਸ਼ਾਲੀਰਾਮਾਮ੍ਰਿਤਾ 1987 ਈਸਵੀ ਵਿੱਚ ਆਇਆ ਸੀ, ਉਸ ਦੇ ਵਿੱਚ ਵੀ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਸੀ। ਇਸ ਤੋਂ ਇਲਾਵਾ ਇਹਨਾਂ ਨੇ TCC ਦਾ ਸੰਪਾਦਨ ਵੀ ਕੀਤਾ ਬੇਟਾ, ਜੋ ਰਾਜਸਥਾਨ ਲਾਇਬ੍ਰੇਰੀ ਦੇ ਵਿੱਚ ਪਿਛਲਾ ਐਗਜ਼ਾਮ ਹੋਇਆ ਸੀ ਉਸ ਦੇ ਵਿੱਚ ਬਣੀ ਸੀ। ਤਾਂ ਇਹ ਜੋ ਮੈਂ ਸ਼ਬਦ ਬੋਲ ਰਿਹਾ ਬੇਟਾ, ਲਗਭਗ ਬਹੁਤ ਬੜੀਆਂ ਕੁਐਸਚਨ ਆਲਰੇਡੀ ਲਗਭਗ ਬਣ ਚੁੱਕੇ ਨੇ, ਉਹ ਰਿਵਾਈਜ਼ਡ ਹੋ ਜਾਣਗੇ, ਨਹੀਂ ਤਾਂ ਇਸ ਦੇ ਵਿੱਚ ਕੁਐਸਚਨ ਹੈ ਜੋ ਬਣਦੇ। ਸਬਜੈਕਟ ਨਿਰਮਾਣ ਵਿਧੀ ਤਾਂ ਇਹੋ ਜਿਹਾ ਟੌਪਿਕ ਹੈ ਜੋ
मैं कहना हर मतलब कि इन्ना आसान नहीं है टॉपिक टीचर ने पढ़ाना भी तो बच्चे नूं भी समझना भी, लेकिन मैं तुहानूं हर एक गल बहुत ही आसान शब्दों में इस विषय की समझावांगा। जो जो चीज़ मैं करावांगा नाल रिपीट करता जावांगा, ताकि जो इस मैटर दे विच यदि अगे किसी भी एग्जाम दे विच क्वेश्चन बनेगा वो तुहाडा है जो क्वेश्चन वो निकलना चाहिए बेटा। ठीक है, तो आज आप शुरुआत करन जा रहे हैं। जो है इसका नाम है विषय निर्माण विधि। की है इसका जो नाम है बेटा विषय निर्माण विधि, सब्जेक्ट फॉर्मेशन मेथड्स। सब्जेक्ट फॉर्मेशन मेथड्स मतलब कि है विषय निर्माण विधि, मतलब एक सब्जेक्ट का निर्माण किस प्रकार होता है। विषय निर्माण विधि के बारे में टॉपिक है बेटा। इस तो पहला आप ये चीज़ पढ़ी कि दो शब्द दिते सी मैं तुहानू, यूनिवर्स ऑफ नॉलेज, एक सीगा बेटा यूनिवर्स ऑफ सब्जेक्ट। यूनिवर्स ऑफ पहली क्लास के विच कराया सी क्लासिफिकेशन दे विच। इस तो इलावा भी अपनी 3 क्लासा हो चुकी हैं। कोलन क्लासिफिकेशन है, DDC है, UDC है। जिन्होंने बच्चों ने वो क्लासा नहीं देखी है वो जाके क्लासा देखन, बहुत बढ़िया टैक्नीकल रूप दे विच उन्होंने मैं समझाने की कोशिश की। तो यूनिवर्स ऑफ नॉलेज के बारे में एक ऐसी विश्व दे विच जिन्ना भी ज्ञान है, चाहे वो किसी भी रूप दे विच है, चाहे उपयोग होगा चाहे नहीं होगा, उसको यूनिवर्स ऑफ जो है नॉलेज किया जाता है। ठीक है, उसको ज्ञान जगत, लेकिन उस ज्ञान जगत को अलग अलग भागों में वंडिया जाता है। एक ही किसका रूप धारण कर लेंदा है तो सब्जेक्ट एक विषय के रूप में ये है जो ज्ञान है, इसको आप जो है अलग अलग भागों में उन्होंने वंड देंगे हैं जी। ठीक है, इससे भी यूनिवर्स ऑफ सब्जेक्ट न अगे होर भागों में अलग अलग प्रकार में वंडिया गया, जिस प्रकार किसका निर्माण होया है, विषयों का निर्माण होया है, सब्जेक्टों का निर्माण होया है। विषय करता शाली रामामृता रंगानाथन अय्यर बेटा। क्या नाम है ना, रंगानाथन अय्यर के द्वारा है जो विषय निर्माण विधि का सब तो पहला निर्माण किया गया सी 1915 कदों किया गया सी ईस्वी विच। डॉक्टर शाली रंगानाथन अय्यर ਇਹ जे व्यक्ति सन जिन्होंने एक लेख दे विच जो है विषय निर्माण विधि के बारे में जिक्र है जो इन्होंने किए सी, जिसका इन्होंने वर्णन किया है बेटा। वर्णन इन्होंने किया है, एक इन्हों की किताब आती है 1957 ईस्वी विच, प्रोलेगेमा टू लाइब्रेरी। क्लासिफिकेशन ये किताब आई सी जिस डॉक्टर शाली रामामृता रंगानाथन अय्यर ने पहली बार है जो विषय निर्माण विधि का इन्होंने इस वर्णन है जो कि इस एडिशन बारे बेटा पहला आ गया सी 1937, फिर 1957 और लास्ट आंदा बेटा इन्हों का 1967 ईस्वी। तो इस किताब के 3 एडिशन आ चुके हैं। कई बार एक एग्जाम के भी पूछा गया सी हेठ लिखिया विचों किहड़ा एडिशन प्रोलेगेमा टू लाइब्रेरी क्लासिफिकेशन का वर्ष में नहीं है, उसको की देगा 1937, 1947, 1957 और 1900 बेटा 20 साल का अंतर है, दूसरे में 10 साल का अंतर है। ये चीज़ आप याद इस रखनी है जी। इस तो इलावा जी पहले इन्होंने आए सी इस इन्होंने जो है पहला दिता सी बेटा लेमीनेशन। की दिता सी लेमीनेशन लैटिन भाषा का शब्द है बेटा। लेमीनेशन ये किसी एग्जाम के होने बनया मेरे ख्याल के हो सकता राजस्थान लाइब्रेरी के बनया सी। उन्होंने ये पूछा सी कि लेमीनेशन शब्द की उत्पत्ति किस शब्द तो हुई है। तो जो है लेमीनेशन शब्द लैटिन भाषा का शब्द है अते लैटिन भाषा के शब्द ये लेमीनेट तो बनया बेटा। किस तो बनया है, लेमीनेट शब्द तो इस शब्द का निर्माण होया है लैमिनी शब्द तो बेटा। जिहड़ा है शब्द निकल के आया है लेमिनेशन शब्द लैटिन शब्द है बेटा। लेमिनेशन इस शब्द का आप बहुत बार इसका प्रयोग करते हैं। हर एक चीज़ किसी चीज़ को कवर कर ली, कोई चीज़ उत्ते उसकी परत चढ़ाई जाती है तो उसको आप लेमिनेशन कहते हैं।
ठीक है। जिस प्रकार अपना शरीर है, कपड़े पा रखे, इसमें आप ਲੈਮੀਨੇਸ਼ਨ ਦੀ श्रेणी ਵਿੱਚ जो है रख सकते हैं। कोई चीज़ ਜਦੋਂ ਚੀਜ਼ ਨੂੰ ਕਵਰ ਕਰਨ ਲਈ ਜਦੋਂ ਉਸ ਦੀ ਜ਼ਰੂਰਤ ਆਪਾਂ ਉਸ ਨੂੰ ਉਤਾਰ ਵੀ ਸਕਦੇ ਹਾਂ, ਨਹੀਂ ਵੀ ਉਸ ਦੇ ਵਿੱਚ ਜੋ ਹੈ ਆਪਾਂ ਉਸ ਦੇ ਵਿੱਚ ਉਸ ਦੀ ਥਾਂ 'ਤੇ ਨਹੀਂ ਵੀ ਯੂਜ਼ ਕਰ ਸਕਦੇ ਹਾਂ। ਜਿਵੇਂ ਇਹ ਮੋਬਾਈਲ ਹੈ ਬੇਟਾ, ਠੀਕ ਹੈ, ਇਹ ਮੋਬਾਈਲ ਦੇ ਵਿੱਚ ਜੋ ਇਹ ਕਵਰ ਹੈ, ਜੇ ਇਹ ਆਪਾਂ ਗਲਾਸ ਲਾਉਂਦੇ ਹਾਂ, ਕੋਈ ਵੀ ਚੀਜ਼ ਐਲੀਮੈਂਟ ਹੈ, ਕੁਛ ਵੀ ਚੀਜ਼ ਹੈ, ਉਹ ਕਿਸ ਦੀ ਸ਼੍ਰੇਣੀ ਵਿੱਚ ਰੱਖੀ ਜਾਂਦੀ ਹੈ ਬੇਟਾ? ਕਿਸੇ ਚੀਜ਼ ਨੂੰ ਕਵਰ ਕਰਨ ਦੇ ਲਈ ਕੋਈ ਨਵੀਂ ਪਰਤ ਉਸ ਨੂੰ ਦਿੱਤੀ ਜਾਵੇ ਤਾਂ ਲੈਮੀਨੇਸ਼ਨ ਕਿਹਾ ਜਾਂਦਾ ਹੈ। ਲੈਮੀਨੇਸ਼ਨ खुद लैटिन भाषा का शब्द है ਅਤੇ ਇਹ ਲੈਮਨੀ शब्द तो इसका निर्माण होया। ठीक है, ਲੈਮੀਨੇਸ਼ਨ ਦੇ ਬਾਰੇ ਵਿੱਚ क्वेश्चन ਬਣਿਆ ਸੀ कि किस भाषा का शब्द है, तो ये लैटिन भाषा का शब्द है। ये क्वेश्चन बेटा DSSSB ਦੇ ਵਿੱਚ भी ਬਣਿਆ ਸੀ। उन्होंने सीधा सीधा ये पूछा सी कि ਲੈਮੀਨੇਸ਼ਨ किस भाषा का शब्द है, तो लैटिन भाषा का शब्द है। तो शब्द किस तो बनया है? ਲੈਮਨੀ तो बनया है। ਲੈਮੀਨੇਸ਼ਨ आप के परत होंदी है, ਜਦੋਂ चाहे तो उसनू अलग भी कर सकते हैं, चाहे तो उसनू भी कर सकते हैं। ये ਲੈਮੀਨੇਸ਼ਨ है। दूसरा इस होंदा बेटा लूज असैम्बल्स। लूज मैंने इकट्ठा करना, असैम्बल्स मतलब की होंदा है इकट्ठे समूह। दूसरा जो इसका प्रकार आंदा बेटा लूज असैम्बल्स। लूज असैम्बल्स इसनू क्या जाता है? इकट्ठे समूह। इकट्ठे समूह इसनू क्या जाता है। इस तो इलावा गल करिए तीसरा प्रकार इन्होंने बेटा दिता है, उसका नाम है जी अनाच्छादन मतलब खंडन। डेनुडेशन इसनू क्या जाता बेटा? डेनुडेशन मतलब खंडना, विभाजित करना, खंडन करना उसका बेटा। चौथा दो प्रकार इन्होंने दिता सी, उसनू क्या जाता जाता डिजेक्शन विभाजन या विच्छेदन। डिजेक्शन क्या जाता बेटा? विभाजन। विभाजन मतलब वंडना, इसनू भी वंडना। हुण जो वंडना है इन्होंने दो प्रकार दिता है। एक इस दे विच आपां पढ़ लांगे कि इहो जिहा वंडना जिस दे विच आपां गल करिए ना विच्छेदन है, डिजेक्शन है। डिजेक्शन दे विच ये चीज़ होंदी है बेटा कि एक पंक्ति के रूप विच की है समान होण। विभाजन इस दे विच होंदा बेटा समान रूप विच, समान रूप दे विच होंदा है। लेकिन जो डेनुडेशन दे विच होंदा है ना बेटा, ये होंदा एक पंक्ति के रूप विच, पंक्ति के रूप में। दोवां दी उदाहरण मैं दसांगा तुहानूं। डिजेक्शन समान रूप दे विच अर्थ यह है कि किसी चीज़ नूं आपां विभाजित करिए। जिवें अलग अलग सब्जैक्ट आ गए, ये हिंदी का हो गया, ये पंजाबी का हो गया, ये मैथ का हो गया, ये रीजनिंग हो गया, सब्जैक्ट सारे समान है। तो इहो जिहा विभाजन जो समान रूप दे विच वंडिया जाए उसनूं डिजेक्शन किया जाता है। लेकिन आपां गल करिए ये डेनुडेशन पंक्ति के रूप में, पंक्ति के रूप में एक मुख होएगी, उसनूं अगे वंडना। सपोज करते हैं आपां लाइब्रेरी, लाइब्रेरी नूं जो आपां पढ़ना वंडांगे तो किस रूप में वंडी जाएगी? ये वंडी जाएगी बेटा स्कूल लाइब्रेरी, कॉलेज लाइब्रेरी, यूनिवर्सिटी लाइब्रेरी। ठीक है, ये जो क्या होता है डिजेक्शन सॉरी डेनुडेशन। डेनुडेशन एक पंक्ति का रूप चलता है। फिर आप लवांगे स्कूल लाइब्रेरी। स्कूल लाइब्रेरी में आप वंड सकते हैं ना, प्राइमरी स्कूल लाइब्रेरी, जो मिडिल स्कूल लाइब्रेरी, सीनियर सैकेंडरी स्कूल लाइब्रेरी ते सैकेंडरी स्कूल लाइब्रेरी। ये होंदा है डेनुडेशन। लेकिन जो डिजेक्शन होंदा है ना बेटा, उसका रूप समान होंदा है। समान जो जो आप इस सबजैक्ट यूज करांगे वो सारे समान रूप उन्होंने मतलब समकक्ष बराबर रूप। एक क्वेश्चन बहुत एग्जाम के बनया कि यहो जिहा विभाजन जिन्हों का रूप समान हुए, समकक्ष रूप है, उसमें किया जाता है डिजेक्शन। हालांकि ऑप्शन दोनों ही मिलणगे, इस चीज़ का ध्यान देना। तो डेनुडेशन उन्होंने किया जाता बेटा डेनुडेशन के विभाजन के रूप में एक कड़ी के रूप में यहो जिहा क्वेश्चन बनया सी। क्वेश्चन ऑलरेडी बहुत बार बनते हैं बेटा, हर एक एग्जाम के UGC नैट के मैचिंग का क्वेश्चन मिलता है बहुत बढ़िया। लगभग दो क्वेश्चन ये निकाले जाता, कई बार 3 भी आ जाते हैं इतों। तो बहुत बढ़िया ये टॉपिक मैं तुम्हें करवाने की कोशिश जो है कर रहा जी। दोबारा समझ लो, अज का जो साडा टॉपिक चल रहा बेटा विषय निर्माण विधि आप पढ़ रहे हैं। विषय निर्माण विधि का निर्माण डॉक्टर शाली रामामृता रंगानाथन अय्यर ने किया। 1950 ईस्वी में एक लेख आया सी, जिस 1950 ईस्वी जो एक उसके वर्नल 1957 ईस्वी की प्रोलेगेमा टू लाइब्रेरी क्लासिफिकेशन नाम की किताब आती है, जिससे सैकेंड एडिशन के कदों सैकेंड एडिशन 1957 ईस्वी के इन्होंने विषय विधि पेश की गई सी, जिससे इन्होंने 4 जो है प्रकार वंडे सी जी। किन्ने किन्ने प्रकार, केड़े केड़े प्रकार सन चारों तुहाडे सामने बोर्ड के उत्ते। पहला सी बेटा लेमिनेशन, परत खुद लैटिन भाषा का शब्द है, लेमनी शब्द तो बनया जी। अगे सी लूज असैम्बल्स इकट्ठे समूह, इस ये भी 3 प्रकार के होंगे ने, आप इसनू पढ़ांगे। डेनुडेशन मतलब खंडन, लेकिन खंडित करना उसनू विभाजित करना ना ये कह सकते हैं। लेकिन किसी जो आप
ਪੰਕਤੀ ਦੇ ਰੂਪ ਦੇ ਵਿੱਚ ਵੰਡਦੇ ਹਾਂ, ਇੱਕ ਦੇ ਅੰਡਰ ਜੋ ਅਦਰ ਜਾ ਕੇ ਉਸ ਦਾ ਵਿਭਾਜਨ ਕਰਦੇ ਹਾਂ, ਤਾਂ ਉਸ ਨੂੰ ਵਿੱਚ ਜੋ ਹੈ ਡੈਨੋਟੇਸ਼ਨ ਹੁੰਦਾ ਹੈ। ਵੀ ਜੋ ਖੰਡਨ ਹੁੰਦਾ ਹੈ, ਵਿਭਾਜਿਤ ਕਰਨਾ ਹੀ ਹੁੰਦਾ ਹੈ, ਤੋੜਨਾ ਹੁੰਦਾ ਹੈ ਕਿਸੇ ਚੀਜ਼ ਨੂੰ, ਵੰਡਣਾ ਹੁੰਦਾ ਹੈ ਕਿਸੇ ਚੀਜ਼ ਨੂੰ। ਲੇਕਿਨ ਜੋ ਡਿਜੈਕਸ਼ਨ ਦੇ ਵਿੱਚ ਜੋ ਵੰਡਿਆ ਜਾਂਦਾ ਹੈ ਬੇਟਾ, ਉਸ ਦੇ ਜੋ ਉਹ ਹੋਣਗੇ ਸਾਰੇ ਸਮਾਨ ਹੋਣਗੇ। ਇਸ ਦੀ ਉਦਾਹਰਨ ਮੈਂ ਤੁਹਾਨੂੰ ਦਿੱਤੀ, ਹਾਲਾਂਕਿ ਹੋਰ ਤੁਹਾਨੂੰ ਉਦਾਹਰਨ ਦੇਵਾਂਗਾ ਜਦੋਂ ਇਸ ਨੂੰ ਹੁਣ ਮੈਂ ਇਸ ਨੂੰ ਡਿਟੇਲ ਵਿੱਚ ਸਮਝਾਵਾਂਗਾ। ਲੇਕਿਨ ਥੋੜ੍ਹੇ ਜਿਹੇ ਦੋ ਸ਼ਬਦ ਹੈ, ਬਹੁਤ ਥੋੜ੍ਹੇ ਮੁਸ਼ਕਿਲ ਜਿਹੇ, ਇਹਨਾਂ ਨੂੰ ਮੈਂ ਤੁਹਾਨੂੰ ਬਹੁਤ ਆਸਾਨ ਸ਼ਬਦਾਂ ਦੇ ਵਿੱਚ ਇਹਨਾਂ ਨੂੰ ਜੋ ਹੈ ਬਾਰੇ ਵਿੱਚ ਦੱਸ। ਅੱਗੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਵੀ 1960 ਈਸਵੀ ਵਿੱਚ ਦੋ ਹੋਰ ਵਿਧੀਆਂ ਦਿੱਤੀਆਂ ਸੀ। ਡਾਕਟਰ ਰੰਗਾਨਾਥਨ ਨੇ, ਡਾਕਟਰ SR ਰੰਗਾਨਾਥਨ ਨੇ ਬੇਟਾ, ਡਾਕਟਰ SR ਰੰਗਾਨਾਥਨ ਨੇ ਬੇਟਾ 1960 ਈਸਵੀ ਵਿੱਚ ਦੋ ਵਿਧੀਆਂ ਇਹਨਾਂ ਨੇ ਦਿੱਤੀਆਂ ਸੀ। ਤਾਂ ਉਹਨਾਂ ਦਾ ਨਾਂ ਸੀ ਇਹਨਾਂ ਦੇ ਵਿੱਚ ਜੋ ਆਪਾਂ ਕਰੀਏ ਫਿਊਜ਼ਨ ਮਿਸ਼ਰਣ, ਔਰ ਇੱਕ ਹੁੰਦਾ ਹੈ ਡਿਸਟੀਲੇਸ਼ਨ। ਪਹਿਲਾ ਦਿੱਤਾ ਸੀ ਬੇਟਾ ਫਿਊਜ਼ਨ। ਫਿਊਜ਼ਨ ਮੈਨੇ ਹੁੰਦਾ ਬੇਟਾ ਮਿਸ਼ਰਣ, ਮਿਲਾਵਟ ਜਿਸਨੂੰ ਕਹਿੰਦੇ ਆ, ਮਿਸ਼ਰਣ ਹੁੰਦਾ ਹੈ। ਦੂਸਰਾ ਜੋ ਇਹਨਾਂ ਦੇ ਪ੍ਰਕਾਰ ਦਿੱਤਾ ਸੀ ਉਸ ਦਾ ਨਾਂ ਸੀ ਬੇਟਾ ਡਿਸਟੀਲੇਸ਼ਨ। ਡਿਸਟੀਲੇਸ਼ਨ ਇਹਨਾਂ ਨੇ ਜੋ ਇਸ ਪ੍ਰਕਾਰ ਆਪਾਂ ਕਹਿ ਸਕਦੇ ਹਾਂ ਕਿ ਡਾਕਟਰ ਸ਼ਾਲੀ ਰਾਮਾਮ੍ਰਿਤਾ ਰੰਗਾਨਾਥਨ ਨੇ ਪਹਿਲੀ ਵਾਰ 4, ਫਿਰ 2 ਵਾਰ, ਫਿਰ 1960 ਈਸਵੀ ਦੇ ਵਿੱਚ 2 ਹੋਰ ਦਿੱਤੀਆਂ, ਤਾਂ ਕੁੱਲ 6 ਵਿਸ਼ੇ ਨਿਰਮਾਣ ਵਿਧੀਆਂ ਦਾ ਨਿਰਮਾਣ ਡਾਕਟਰ ਸ਼ਾਲੀ ਰਾਮਾਮ੍ਰਿਤਾ ਰੰਗਾਨਾਥਨ ਅਈਅਰ ਨੇ ਕੀਤਾ ਹੈ। ਲੇਕਿਨ ਸ਼ੁਰੂਆਤ ਵੀ ਡਾਕਟਰ ਸ਼ਾਲੀ ਰਾਮਾਮ੍ਰਿਤਾ ਰੰਗਾਨਾਥਨ ਅਈਅਰ ਨੇ ਕੀਤੀ ਹੈ ਜੀ। ਠੀਕ ਹੈ, ਅੱਗੇ ਆਪਾਂ ਗੱਲ ਇਹਨਾਂ ਜੋ ਹੈ ਇਹ ਵਿਸ਼ੇ ਨਿਰਮਾਣ ਵਿਧੀਆਂ, ਠੀਕ ਹੈ, ਇਹਨਾਂ ਨੂੰ ਵਿਗਿਆਨਿਕ ਆਧਾਰ ਆਪਾਂ ਕਹੀਏ ਉਹ ਦਿੱਤਾ ਸੀ ਬੇਟਾ ਏ ਨੀਲ ਮੈਗਨ ਨੇ। ਕਿਹਨਾਂ ਦਿੱਤਾ ਹੈ? ਕੇ ਨੀਲ ਮੈਗਨ। ਜੇ ਵਿਅਕਤੀ ਸਨ ਸ਼ਾਲੀ ਰਾਮਾਮ੍ਰਿਤਾ ਰੰਗਾਨਾਥਨ ਦੇ ਨਾਲ ਹੀ ਲਗਭਗ ਰਹੇ ਸਨ, ਤਾਂ ਵਿਗਿਆਨਿਕ ਆਧਾਰ ਦਿੰਦੇ ਨੇ ਇਹਨਾਂ ਨੂੰ ਕੇ ਨੀਲ ਮੈਗਨ। ਕਦੋਂ ਦਿੱਤਾ ਗਿਆ ਬੇਟਾ? 1973 ਈਸਵੀ ਤੋਂ। 1973 ਈਸਵੀ ਤੋਂ ਇਹਨਾਂ ਨੇ ਵਿਗਿਆਨਿਕ ਆਧਾਰ ਦਿੱਤਾ ਸੀ। ਅਤੇ ਇਸ ਦਾ ਪ੍ਰਕਾਸ਼ਨ ਕਿਸ ਨੇ ਕੀਤਾ ਸੀ? ਤਾਂ DRTC ਨੇ ਕੀਤਾ ਸੀ, ਡਾਕੂਮੈਂਟ ਰਿਸਰਚ ਐਂਡ ਟ੍ਰੇਨਿੰਗ ਸੈਂਟਰ ਬੈਂਗਲੋਰ ਕਰਨਾਟਕਾ ਤੋਂ ਜੋ ਵਿਗਿਆਨਿਕ ਆਧਾਰ ਦਿੰਦੇ ਨੇ ਕੇ ਨੀਲ ਮੈਗਨ, ਇਹਨਾਂ ਦਾ ਪ੍ਰਕਾਸ਼ਨ ਕੌਣ ਕਰਦਾ ਬੇਟਾ? DRTC ਬੈਂਗਲੋਰ ਕਰਦਾ ਹੈ। ਕਦੋਂ ਕਰਦਾ ਹੈ? 1973 ਈਸਵੀ ਦੇ ਵਿੱਚ ਇਸ ਦਾ ਪ੍ਰਕਾਸ਼ਨ ਹੈ ਜੋ DRTC ਜੋ ਹੈ। DRTC ਦੀ ਸਥਾਪਨਾ ਦੀ ਗੱਲ ਕਰੀਏ ਬੇਟਾ, ਬਹੁਤ ਵਧੀਆ ਕੁਐਸਚਨ ਹੈ। ਸਥਾਪਨਾ 1962 ਈਸਵੀ ਦੇ ਵਿੱਚ ਕੀਤੀ ਗਈ ਸੀ, ਜਿਸ ਦੇ ਵਿੱਚ ਸਥਾਪਿਤ ਕਰਨ ਵਾਲੇ ਵਿਅਕਤੀ ਸਨ ਡਾਕਟਰ ਸ਼ਾਲੀ ਰਾਮਾਮ੍ਰਿਤਾ ਰੰਗਾਨਾਥਨ योग। ਇਸ ਦੇ ਸਹਿਯੋਗਕਰਤਾ ਸਨ, ਬਹੁਤ ਵਧੀਆ ਕੁਐਸਚਨ ਹੈ ਇਹ, ਸਹਿਯੋਗ ਕਰਨ ਵਾਲਾ ISI ਨੇ ਇਹਨਾਂ ਦਾ ਸਹਿਯੋਗ ਕੀਤਾ ਸੀ। ਇੰਡੀਅਨ ਸਟੈਟਿਕਲ ਇੰਸਟੀਚਿਊਟ, ਭਾਰਤੀ सांख्यिकी संस्थान ने जो है DRTC ਦੀ ਸਥਾਪਨਾ ਦੇ ਵਿੱਚ ਜੋ ਹੈ ਸਹਿਯੋਗ ਦਿੱਤਾ। ਇਹ ਮੇਰੇ ਖਿਆਲ ਬਣਿਆ ਵੀ ਹੈ, ਪੰਜਾਬ ਸਕੂਲ ਲਾਇਬ੍ਰੇਰੀ ਦੇ ਵਿੱਚ ਬਣਿਆ ਜਾਂ ਕਿੱਥੇ ਬਣਿਆ ਕਿ DRTC ਦੀ ਸਥਾਪਨਾ ਕਿਸ ਦੇ ਸਹਿਯੋਗ ਨਾਲ ਹੋਈ ਸੀ? ISI ਇੰਡੀਅਨ ਸਟੈਟਿਕਲ ਇੰਸਟੀਚਿਊਟ ਦੇ ਦੁਆਰਾ ਇਸ ਨੂੰ ਸਥਾਪਿਤ ਹੈ ਜੋ ਕੀਤਾ ਗਿਆ ਸੀ ਜੀ। ਹੁਣ ਆਪਾਂ ਗੱਲ ਕਰੀਏ ਜਦੋਂ ਇਹਨਾਂ ਨੇ ਕੇ ਨੀਲ ਮੈਗਨ ਨੇ ਕੁੱਲ ਕਿੰਨੇ ਪ੍ਰਕਾਰ ਦੇ ਵਿੱਚ ਵੰਡਿਆ ਬੇਟਾ? ਕੁੱਲ 12 ਪ੍ਰਕਾਰ ਦੇ ਵਿੱਚ ਵੰਡ ਕੇ ਇਹਨਾਂ ਨੂੰ ਕੀ ਦਿੱਤਾ ਹੈ? 12 ਪ੍ਰਕਾਰ ਦੇ ਵਿੱਚ ਵੰਡ ਕੇ ਇਹਨਾਂ ਨੂੰ ਕੀ ਦਿੱਤਾ ਬੇਟਾ? ਵਿਗਿਆਨਿਕ ਆਧਾਰ ਦੇਣ ਦਿੱਤਾ। ਤਾਂ ਵਿਗਿਆਨਿਕ ਆਧਾਰ ਦੇਣ ਵਾਲੇ ਵਿਸ਼ੇ ਨਿਰਮਾਣ ਵਿਧੀ ਨੂੰ कौन से व्यक्ति सन? तो सन के नील मैगन। 1973 ईस्वी विज्ञानिक आधार जो दिता सी उसनु प्रकाशन किसने किया सी? DRTC बेंगलोर ने किया सी। DRTC का पूरा नाम डॉक्यूमेंट रिसर्च एंड ट्रेनिंग सेंटर है जो DRTC बेंगलोर कर्नाटका में है। तो इसकी जो DRTC की स्थापना डॉक्टर SR रंगानाथन जी के जो है प्रयास सदका ISI के सहयोग नाल इंडियन स्टैटिकल इंस्टीट्यूट भारतीय सांख्यिकी संस्थान के द्वारा 1962 ईस्वी की गई सी। इत्थे इन्नी चीज़ों को याद रख। हुण आपां गल करिए डॉक्टर के नील मैगन ने जो 1973 ईस्वी जो है 12 प्रकार के इसनूं जो है 12 प्रकार का इसनूं वंड के विज्ञानिक आधार दिता सी। लेकिन 12 प्रकार के इन्हां भाग किन्ने बनाए सन बेटा? भाग इसके 3 सन। इसके भाग किन्ने बनाए? भाग इन्हां ने बनाए 3 ते प्रकार किन्ने बेटा? भाग जो 3 प्रकार बताए इन्हां दे विच इन्हां सी कि एक होंदे ने बेसिक सबजैक्ट। की होंदा है? बेसिक सबजैक्ट बेटा। मैं तुहानूं पहला भी इसके बारे में समझाया सी। दूसरा इस दे विच होंदा है कंपाउंड, यौगिक या मिश्रण जिस दे विच होंदा है कंपाउंड।
बेटा ਕੰਪਲੈਕਸ ਜਟਿਲ ਜਿਸਨੂੰ ਕਹਿੰਦੇ ਹੋ ਉਹਨੂੰ ਇਹ ਤਿੰਨੋਂ ਪ੍ਰਕਾਰ ਦੇ ਹੁੰਦੇ ਨੇ। ਬੇਸਿਕ ਸਬਜੈਕਟ ਉਹ ਸਬਜੈਕਟ ਹੁੰਦੇ ਨੇ ਜਿਨ੍ਹਾਂ ਨੂੰ ਜਿਸ ਰੂਪ ਦੇ ਵਿੱਚ ਬੇਟਾ ਸ਼ੁਰੂ ਕੀਤਾ ਗਿਆ ਹੈ ਅੱਜ ਵੀ ਉਸੇ ਹੀ ਰੂਪ ਦੇ ਵਿੱਚ ਪਾਏ ਜਾਂਦੇ ਨੇ। ਸਮਝ ਗਏ? ਬੇਸਿਕ ਸਬਜੈਕਟ ਉਹ ਸਬਜੈਕਟ ਹੁੰਦੇ ਨੇ ਜਿਨ੍ਹਾਂ ਨੂੰ ਜਿਸ ਰੂਪ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅੱਜ ਹੀ ਉਸੇ ਰੂਪ ਦੇ ਵਿੱਚ ਪਾਏ ਜਾਂਦੇ ਨੇ। ਦੂਸਰਾ ਕੰਪਾਊਂਡ ਸਬਜੈਕਟ, ਕੰਪਾਊਂਡ ਹੁੰਦਾ ਜਿਸ ਦੇ ਪਰਤ ਹੋਵੇ। ਪਰਤ ਆਪਾਂ ਗੱਲ ਕਰੀਏ ਲੈਮੀਨੇਸ਼ਨ, ਇਸ ਨੂੰ ਰੱਖਿਆ ਜਾਂਦਾ ਬੇਟਾ। ਕੀ ਰੱਖਿਆ ਜਾਂਦਾ ਹੈ? ਲੈਮੀਨੇਸ਼ਨ ਫਸਟ ਅਤੇ ਲੈਮੀਨੇਸ਼ਨ ਸੈਕਿੰਡ ਆਉਂਦਾ ਬੇਟਾ। ਹੁਣ ਲੈਮੀਨੇਸ਼ਨ ਵੀ ਅੱਗੇ ਦੋ ਪ੍ਰਕਾਰ ਦਾ ਹੁੰਦਾ ਹੈ। ਕਿਸ ਪ੍ਰਕਾਰ ਹੋਏਗਾ? ਅਲੱਗ। ਕੰਪਲੈਕਸ ਸਬਜੈਕਟ ਇਹੋ ਜਿਹੇ ਸਬਜੈਕਟ ਹੁੰਦੇ ਨੇ ਬੇਟਾ ਜੋ ਜ਼ਿਆਦਾਤਰ ਬੇਸਿਕ ਤੋਂ ਬਣੇ ਹੋਣ ਤੇ ਕੰਪਾਊਂਡ ਵੀ ਸੰਮਿਲਿਤ ਹੋਏ। ਇਹ ਇੰਨੇ ਜ਼ਿਆਦਾ ਸੁਤੰਤਰ ਹੁੰਦੇ ਨੇ, ਇੰਨੇ ਜ਼ਿਆਦਾ ਮਹੱਤਵਪੂਰਨ ਹੁੰਦੇ ਨੇ ਕਿ ਜਿੰਨਾ ਮਹੱਤਵ ਇੱਕ ਬੇਸਿਕ ਸਬਜੈਕਟ ਦਾ ਹੁੰਦਾ ਨਾ ਬੇਟਾ ਉਨਾ ਹੀ ਮਹੱਤਵ ਸਬਜੈਕਟ ਦਾ ਹੁੰਦਾ ਹੈ। ਸਮਝ ਲੱਗੀ ਤੁਹਾਨੂੰ ਗੱਲ? ਇਹਨਾਂ ਨੂੰ 12 ਪ੍ਰਕਾਰ ਦੇ ਜੋ ਏ ਨੀਲ ਮੈਗਨਸਨ 1973 ਈਸਵੀ ਤੋਂ DRTC ਤੋਂ ਇਹਨਾਂ ਨੂੰ ਪ੍ਰਕਾਸ਼ਿਤ ਕੀਤਾ ਸੀ ਵਿਗਿਆਨਿਕ ਵਿਸ਼ੇ ਨਿਰਮਾਣ ਦੀਆਂ ਵਿਧੀਆਂ ਨੂੰ। ਜਦੋਂ ਇਹਨਾਂ ਨੂੰ ਜੋ ਹੈ 12 ਪ੍ਰਕਾਰ ਇਹਨਾਂ ਨੇ ਵੱਡੇ ਤਾਂ ਇਹਨਾਂ ਨੂੰ ਅੱਗੇ 3 ਇਸ ਦੀਆਂ ਕੈਟਾਗਰੀਆਂ ਬਣਾ ਦਿਆ। 3 ਕੈਟਾਗਰੀਆਂ ਦੇ ਵਿੱਚ ਪਹਿਲਾ ਪ੍ਰਕਾਰ ਇਹਨਾਂ ਨੇ ਰੱਖਿਆ ਬੇਸਿਕ ਸਬਜੈਕਟ। ਬੇਸਿਕ ਸਬਜੈਕਟ ਉਹ ਸਬਜੈਕਟ ਹੋਣਗੇ ਜਿਸ ਦੇ ਵਿੱਚ ਜੋ ਹੈ ਜਿਸ ਰੂਪ ਦੇ ਵਿੱਚ ਜਿਨ੍ਹਾਂ ਦੀ ਉਤਪਤੀ ਹੋਈ ਸੀ ਉਹ ਅੱਜ ਵੀ ਉਸੇ ਰੂਪ ਦੇ ਵਿੱਚ ਪਾਏ ਜਾਂਦੇ ਨੇ। ਦੂਸਰਾ ਬੇਟਾ ਕੰਪਾਊਂਡ, ਕੰਪਾਊਂਡ ਮਤਲਬ ਮਿਸ਼ਰਿਤ। ਲੈਮੀਨੇਟ, ਜਿਸ ਤਰ੍ਹਾਂ ਆਪਾਂ ਗੱਲ ਕਰੀਏ ਲਾਇਬ੍ਰੇਰੀ ਸਾਇੰਸ, ਲਾਇਬ੍ਰੇਰੀ ਸਾਇੰਸ ਦੇ ਵਿੱਚ ਇੱਕ ਤੋਂ ਇਹੋ ਜਿਹੇ ਵਿਸ਼ੇ ਆਪਾਂ ਲੈਮੀਨੇਸ਼ਨ ਦੀ ਕੀ ਗੱਲ ਹੋਈ ਹੈ? ਇਹ ਲੈਟਿਨ ਭਾਸ਼ਾ ਦਾ ਸ਼ਬਦ ਲੈਮਨੀ ਸ਼ਬਦ ਤੋਂ ਬਣਿਆ ਹੈ। ਲੈਮੀਨੇਸ਼ਨ ਦਾ ਅਰਥ ਇਹ ਹੁੰਦਾ ਹੈ ਕਿ ਇਹੋ ਜਿਹੀ ਪਰਤ ਜਿਸ ਨੂੰ ਜਦੋਂ ਆਪਾਂ ਮਰਜ਼ੀ ਚਾਹੇ ਅਲੱਗ ਕਰ ਸਕਦੇ ਹਾਂ, ਜਦੋਂ ਆਪਾਂ ਚਾਹੇ ਉਹ ਚੜਾ ਸਕਦੇ ਹਾਂ, ਉਹ ਲੈਮੀਨੇਸ਼ਨ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਕੰਪਲੈਕਸ ਸਬਜੈਕਟ ਕਿਹੜੇ ਹੁੰਦੇ ਨੇ? ਜਟਿਲ ਵਿਸ਼ੇ ਹੁੰਦੇ ਨੇ ਬੇਟਾ ਜਿਨ੍ਹਾਂ ਨੂੰ ਆਪਾਂ ਚਾਹੁੰਦੇ ਹੋਏ ਵੀ ਅਲੱਗ ਨਹੀਂ ਕਰ ਸਕਦੇ। ਇਹ ਮੇਨ ਸਬਜੈਕਟ ਤੋਂ ਵੀ ਬਣ ਸਕਦੇ ਨੇ ਬੇਟਾ, ਇਹ ਕੰਪਾਊਂਡ ਸਬਜੈਕਟ ਤੋਂ ਵੀ ਬਣ ਸਕਦੇ ਨੇ, ਲੇਕਿਨ ਕੰਪਲੈਕਸ ਸਬਜੈਕਟ ਨੂੰ ਆਪਾਂ ਹੈ ਜੋ ਅਲੱਗ ਨਹੀਂ ਕਰ ਸਕਦੇ ਬਈ। ਠੀਕ ਹੈ, ਅਲੱਗ ਹੋ ਹੀ ਨਹੀਂ ਸਕਦੇ। ਜਿੰਨਾ ਮਹੱਤਵ ਮੈਂ ਤੁਹਾਨੂੰ ਇਹ ਚੀਜ਼ ਕਿਹਾ ਹੈ, ਜਿੰਨਾ ਮਹੱਤਵ ਬੇਸਿਕ ਸਬਜੈਕਟ ਦਾ ਹੁੰਦਾ ਬੇਟਾ ਉਨਾ ਹੀ ਮਹੱਤਵ ਕਿਹਨਾਂ ਦਾ ਹੈ? ਕੰਪਲੈਕਸ ਸਬਜੈਕਟ ਦਾ ਮਹੱਤਵ ਹੁੰਦਾ ਹੈ। ਅੱਗੇ ਆਪਾਂ ਗੱਲ ਕਰਾਂਗੇ ਕਿ ਬੇਸਿਕ ਸਬਜੈਕਟ ਦੀ ਸ਼੍ਰੇਣੀ ਵਿੱਚ ਵਿਸ਼ਿਆਂ ਨੂੰ ਰੱਖਿਆ ਜਾਂਦਾ ਹੈ। ਤਾਂ ਪਹਿਲਾ ਇਹਨਾਂ ਨੇ ਰੱਖਿਆ ਸੀ ਬੇਟਾ ਫਿਜ਼ਨ। कहना क्या है ਫਿਜ਼ਨ ਜਿਸ ਨੂੰ ਕਿਹਾ ਜਾਂਦਾ ਵਿਖੰਡਨ। ਦੂਸਰਾ ਇਸ ਦੇ ਵਿੱਚ ਪ੍ਰਕਾਰ ਰੱਖਿਆ ਗਿਆ ਸੀ ਬੇਟਾ ਇਹਨਾਂ ਨੂੰ ਰੱਖਿਆ ਗਿਆ ਸੀ ਡਿਜੈਕਸ਼ਨ। ਇਹ ਡਿਜੈਕਸ਼ਨ ਉਹੀ ਹੈ ਬੇਟਾ, ਇਹ ਜੋ ਫਿਜ਼ਨ ਦੇ ਅੱਗੇ ਦੋ ਪ੍ਰਕਾਰ ਇਹਨਾਂ ਵਿੱਚ ਵੰਡੇ ਸੀ ਜੋ ਹੈ ਡਿਜੈਕਸ਼ਨ ਅਤੇ ਦੂਸਰਾ ਸੀ ਬੇਟਾ ਡੈਨੂਡੇਸ਼ਨ। ਡੈਨੂਡੇਸ਼ਨ ਜੀ ਠੀਕ ਹੈ ਇਹਨਾਂ ਨੂੰ ਠੀਕ ਹੈ। ਫਿਜ਼ਨ ਕੋਈ ਹੁੰਦਾ ਹੈ? ਮੇਨ ਸਬਜੈਕਟ ਹੁੰਦਾ ਹੈ। ਮੇਨ ਸਬਜੈਕਟ ਦੇ ਵਿੱਚ ਕਿਸ ਪ੍ਰਕਾਰ ਅੱਗੇ ਇਹਨਾਂ ਨੂੰ ਦੋ ਭਾਗ ਬਣਾਤੇ, ਇੱਕ ਡਿਜੈਕਸ਼ਨ ਬਣਾਤਾ, ਇੱਕ ਡੈਨੂਡੇਸ਼ਨ ਬਣਾਤਾ। ਡਿਜੈਕਸ਼ਨ ਦੇ ਵਿੱਚ ਆਪਾਂ ਇਹ ਪੜ੍ਹਿਆ ਸੀ ਕਿ ਜੋ ਡਿਜੈਕਸ਼ਨ ਹੁੰਦਾ ਹੈ ਬੇਟਾ ਇਸ ਦੇ ਵਿੱਚ ਜੋ ਵਿਸ਼ੇ ਵੰਡਿਆ ਜਾਂਦਾ ਹੈ ਬੇਸਿਕ ਸਬਜੈਕਟ ਜਿਨ੍ਹਾਂ ਦਾ ਮਹੱਤਵ ਬਰਾਬਰ ਹੋਵੇ, ਜਿਵੇਂ ਮੈਥ ਹੋ ਗਈ, ਇੰਗਲਿਸ਼ ਹੋ ਗਈ, ਪੰਜਾਬੀ ਹੋ ਗਈ, ਸਾਇੰਸ ਹੋ ਗਈ, ਜੋ ਵੀ ਸੁਤੰਤਰ ਵਿਸ਼ੇ ਇਹੋ ਜਿਹੇ ਵਿਸ਼ੇ ਜਿਨ੍ਹਾਂ ਨੂੰ ਜਿਸ ਰੂਪ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਇਹ ਵਿਸ਼ੇ ਹੁੰਦੇ ਨਾ ਬੇਟਾ ਇਹਨਾਂ ਵਿੱਚ ਨਵਾਂ ਮੈਟਰ ਜੁੜਦਾ ਰਹਿੰਦਾ ਹੈ, ਲੇਕਿਨ ਜੋ ਅਪਡੇਟ ਹੁੰਦੇ ਰਹਿੰਦੇ ਨੇ, ਲੇਕਿਨ ਇਹਨਾਂ ਵਿਸ਼ਿਆਂ ਦੇ ਵਿੱਚ ਇਹਨਾਂ ਸਬਜੈਕਟਾਂ ਵਿੱਚ ਕੋਈ ਚੀਜ਼ ਜੁੜਦੀ ਹੈ ਨਾ ਉਹ ਇਹਨਾਂ ਵਿਸ਼ਿਆਂ ਨਾਲ ਰਿਲੇਟਡ ਹੁੰਦੀ ਹੈ। ਅਦਰ ਸਬਜੈਕਟ ਨਹੀਂ ਆਉਂਦਾ ਬੇਸਿਕ ਸਬਜੈਕਟ ਦੇ ਵਿੱਚ, ਇਹ ਧਿਆਨ ਰੱਖਣਾ ਤੁਸੀਂ ਬਸ ਠੀਕ ਹੈ। ਲੇਕਿਨ ਜਦੋਂ ਇਸ ਦੇ ਵਿੱਚ ਇਹੋ ਜਿਹਾ ਵਿਭਾਜਨ ਜੋ ਸਮਕਕਸ਼ ਹੋਵੇ ਮਤਲਬ ਕਿ ਇਹ ਬਰਾਬਰ ਹੋਣ ਬੇਟਾ ਸੇਮ ਮਹੱਤਵ ਦੇ ਹੋਣ ਤਾਂ ਡਿਜੈਕਸ਼ਨ। ਡੈਨੂਡੇਸ਼ਨ ਕੀ ਹੋਗਾ ਬੇਟਾ? ਇੱਕ ਕੜੀ ਦੇ ਰੂਪ ਵਿੱਚ ਕੋਈ ਇੱਕ ਮੇਨ ਸਬਜੈਕਟ ਲਿੱਤਾ ਜਾਵੇਗਾ ਉਸ ਨੂੰ ਅੱਗੇ ਪੰਕਤੀਆਂ ਦੇ ਵਿੱਚ ਵੰਡਿਆ। ਜਿਵੇਂ ਆਪਾਂ ਗੱਲ ਕਰੀਏ ਲਾਇਬ੍ਰੇਰੀ ਵੀ ਇੱਕ ਇਸ ਨੂੰ ਵਿਸ਼ੇ ਦੇ ਰੂਪ ਵਿੱਚ ਲਿੱਤਾ, ਇਸ ਨੂੰ ਆਪਾਂ 3 ਭਾਗਾਂ ਵਿੱਚ ਵੰਡਿਆ। ਕਿਹੜੀ ਸੀ ਬੇਟਾ? ਸਕੂਲ ਲਾਇਬ੍ਰੇਰੀ, ਕਾਲਜ ਲਾਇਬ੍ਰੇਰੀ, ਯੂਨੀਵਰਸਿਟੀ ਲਾਇਬ੍ਰੇਰੀ। ਅੱਗੇ ਫਿਰ ਪੰਕਤੀ ਦੇ ਰੂਪ ਵਿੱਚ ਵੰਡਾਂਗੇ ਸਕੂਲ ਲਾਇਬ੍ਰੇਰੀ ਨੂੰ। ਕਿਸ ਦੇ ਭਾਗ? ਕਾਲਜ ਲਾਇਬ੍ਰੇਰੀ ਨੂੰ ਵੰਡ ਸਕਦੇ ਹੋ। ਕਾਲਜ ਦੇ ਵਿੱਚ ਆਪਾਂ ਗੱਲ ਕਰੀ ਐਗਰੀਕਲਚਰ ਲਾਇਬ੍ਰੇਰੀ, ਮੈਡੀਕਲ ਲਾਇਬ੍ਰੇਰੀ, ਆਰਟਸ ਲਾਇਬ੍ਰੇਰੀ, ਕਾਮਰਸ ਲਾਇਬ੍ਰੇਰੀ, ਜਿੰਨੀਆਂ ਮਰਜ਼ੀ ਵੰਡ ਸਕਦੇ ਆ ਨਾ ਆਪਾਂ। ਇਹ ਚੀਜ਼ ਜਦੋਂ ਇੱਕ ਕੜੀ ਦੇ ਰੂਪ ਵਿੱਚ ਜਾਵੇਗੀ ਤਾਂ ਡੈਨੂਡੇਸ਼ਨ ਹੋਆ, ਲੇਕਿਨ ਸਮਾਨ ਰੂਪ ਦੇ ਵਿੱਚ ਵੰਡਿਆ ਜਾਏਗਾ ਉਹ ਡਿਜੈਕਸ਼ਨ ਹੁੰਦਾ ਹੈ। ਫਿਜ਼ਨ ਜਿਹੜਾ ਹੁੰਦਾ ਹੈ ਉਹ ਕਹਿੰਦਾ ਮਿਸ਼ਰਨ ਹੁੰਦਾ ਇਸ ਦੇ ਵਿੱਚ ਇਸ ਇੱਕ ਮੇਨ ਵਿਸ਼ੇ ਨੂੰ ਕਿਸ ਪ੍ਰਕਾਰ ਵੰਡਣਾ ਇਹ ਇਸ ਦੇ ਵਿੱਚ ਆ ਜਾਂਦਾ ਹੈ। ਕੰਪਾਊਂਡ ਦੇ ਵਿੱਚ ਆਪਾਂ ਪੜ੍ਹਿਆ ਕੰਪਾਊਂਡ ਦੇ ਵਿੱਚ ਦੋ ਪ੍ਰਕਾਰ ਹੁੰਦਾ ਬੇਟਾ ਪਟਲੀਕਨ। ਪਟਲ ਮਤਲਬ ਕੀ ਹੁੰਦਾ? ਇੱਕ ਪਰਤ ਹੁੰਦੀ ਹੈ। ਲੈਮੀਨੇਸ਼ਨ ਫਸਟ ਅਤੇ ਲੈਮੀਨੇਸ਼ਨ ਸੈਕਿੰਡ ਇਸ ਦੇ ਵਿੱਚ ਰੱਖਿਆ ਜਾਂਦਾ ਹੈ। ਅੱਗੇ ਆਪਾਂ ਗੱਲ ਕਰੀਏ ਜਟਿਲ ਵਿਸ਼ੇ ਕੰਪਲੈਕਸ ਲੂਜ਼ ਅਸੈਂਬਲਸ ਫਸਟ ਸੈਕਿੰਡ ਥਰਡ ਹੁੰਦਾ ਹੈ। ਲੂਜ਼ ਅਸੈਂਬਲਸ ਇਸ ਨੂੰ 3 ਭਾਗਾਂ ਵਿੱਚ ਵੰਡਿਆ ਫਸਟ ਸੈਕਿੰਡ ਥਰਡ ਇਸ ਦੇ ਵਿੱਚ ਪੜ੍ਹਦੇ ਹਾਂ। ਅੱਗੇ
ਆਪਾਂ ਇਸ ਦੇ ਵਿੱਚ ਕਰੀਏ ਤਾਂ ਇਸ ਦੇ ਵਿੱਚ ਫਿਊਜ਼ਨ ਰੱਖਿਆ ਜਾਂਦਾ ਹੈ ਵਿਲੇਖਨ। ਫਿਊਜ਼ਨ ਹੁੰਦਾ ਬੇਟਾ ਵੰਡਣਾ ਵਿਖੰਡਨ, ਵੰਡਣਾ। ਅੱਗੇ ਆਪਾਂ ਬੜਾ ਫਿਊਜ਼ਨ, ਫਿਊਜ਼ਨ मतलब फ्यूजन में मिलाना बेटा, फ्यूजन, फ्यूजन का मतलब मिलाना, मिलाना। ठीक है, फ्यूजन का अर्थ की होता बेटा मिलाना। जब एक विषय दूसरी विषय नाल मिलाया जाता है उसको आप की कहते हैं फ्यूजन। फिर के अंदर कहता आसवन डिस्टिलेशन, डिस्टिलेशन। अगे इस कंपाउंड सब्जेक्ट इस जो है गिनिया जाता बेटा। अगले होता है एग्लोमरेशन, अगले प्रकार आता बेटा क्लस्टर, क्लस्टर। इस प्रकार ये विषय जिन्होंने विषय जो लगभग यहो जिहा रूप धार चुके हैं जिन्होंने आपां किसी भी रूप दे विच अलग है जो नहीं कर सकते उन्होंने कहा जाता बेटा कंपलैक्स सब्जैक्ट। कंपलैक्स खुद जोड़े होंगे एक ही होंगे, कंपलैक्स खुद जो होंगे बेटा ये जटिल विषयों की श्रेणी में इन्हों रखा जाता है जी। ठीक है, तो इन्हों आप एक एक करके हर एक बात पढ़ांगे। दोबारा समझ लो, 3 प्रकार जो वनडे ने बेसिक सब्जेक्ट बनाया, कंपाउंड सब्जेक्ट बनाया, कंपलैक्स सब्जेक्ट है। इस श्रेणी लूज समझते इस सब्जेक्ट फिजन मतलब वंडना बेसिक साधारण तौर पर जो विषय वंडिया जाता है जिस रूप में देखो इस तो भी जोड़े विषय बनने ना बेटा वो भी अपने आप में स्वतंत्र विषय होंगे, बेसिक सब्जेक्ट होंगे जिसकी होंद दूसरे सब्जेक्ट का कोई प्रभाव नहीं है, वो बेसिक सब्जेक्ट है। लैमीनेशन एक परत चढ़ाई गई है, परत में जो चाहे आप अलग कर सकते हैं, जो चाहे उन्होंने मिला सकते हैं। कंपलैक्स ये सब्जेक्ट चाहे बेसिक सब्जेक्ट तो बने हो चाहे कंपाउंड सब्जेक्ट तो बने हो। कंपलैक्स सब्जेक्ट यो जो सब्जेक्ट होंगे हैं बेटा जिन्होंने आप चाहते हुए भी की है अलग नहीं कर सकते। इस लूज सम्मल्स फर्स्ट सैकेंड थर्ड आता है, फ्यूजन आता है मिलाना मिश्रण आता है, एग्लोमरेशन और क्लस्टर इस है जो इस कई बार इतों क्वेश्चन बन जाता है। ये बनया हेड लिखिया विचों केड़ा पिन है इस दिता फ्यूजन डिस्टिलेशन डेरिवेशन और लैमीनेशन। एक ही 3 प्रकार के बेसिक सब्जेक्ट है। लैमीनेशन की है बेटा कंपाउंड सब्जेक्ट है, ये राजस्थान लाइब्रेरी होया सी क्वेश्चन है बनया सी। कई बार इतों दे दिता बेटा इन्होंने लूज संबल्स फ्यूजन डिस्टिलेशन एक शब्द दे देगा, लैमीनेशन एक शब्द दे देगा, फ्यूजन। हुण देखो फ्यूजन और फ्यूजन के बहुत ज़्यादा शब्द एको जे ने लेकिन इन्होंने बहुत ज़्यादा डिफरेंस है बेटा। डिस्टिलेशन डेनुडेशन वगैरह इस जो है शामिल है वो किए जाते हैं। हुण आपां इन्हां दा एक एक करके है जो इन्हां दा पढ़ांगे। पहला आप पढ़ांगे विखंडन फ्यूजन। फ्यूजन फ्यूजन मतलब बेटा होता है वंडना, ये मेन है। इसनूं वंडन कितने प्रकार के होंगे बेटा जो इससे 2 प्रकार के होंगे। डॉक्टर एस आर रंगानाथन ने कहा है कि जो कोई भी देखो इस की होंगे बेटा ये डॉक्टर एस आर रंगानाथन की किताब है कोलन क्लासीफिकेशन जिन्होंने असी कोलन क्लासीफिकेशन इस 3 शब्द ही आपको याद रखने पैणगे जो बार बार इस आएंगे जी। क्या आएंगे इस 3 शब्द आएंगे। इस एक सब्जैक्ट होंदा है, एक बेटा फैसिट होंदा है, एक बेटा आइसोलेट होंदा है। की होंदा है एक आइसोलेट होंदा। तीनों चीज़ां अलग अलग ने। ठीक है, सब्जैक्ट दे विच तां मेन विषय आ गया। ठीक है, इस दे विच जे आप गल करिए VST पॉलिटिकल हो गया ना। जो इतिहास है वो पोलिटी है, पोलिटी है वो इतिहास है, को रिलेटेड ने सब्जैक्ट। जो 2 विषयों का इस प्रकार अध्ययन किया जाए तो वह की होंदा है बेसिक सब्जैक्ट होंगे। ये भी स्वतंत्र है। ये हुण एक सब्जैक्ट दे विच किसी 2 पक्ष दे विच एक पक्ष दे विच आइसोलेट मैं दिखा देना तुहानूं कि एक विषय की होंदा है उस दे विच फैसिट की होंदा है तो उस दे विच आइसोलेट की होंदा। कोई भी आप क्लास कर लेने बेटा। टू लाइब्रेरी साइंस की आप क्लास कर ली बेटा। टू लाइब्रेरी साइंस ये जो होंगी है मेन क्लास होंगी बेटा। इस तुहानूं दिखाई दे रहा होना और तुहानूं दिखा देना। इस जो ए
1 2 3 ਇਸ ਦੇ ਵਿੱਚ ਦਿੱਤਾ ਬੇਟਾ। ट्रांसलोकल है एडमिनिस्ट्रेशन है, बिजनेस है, सबसक्रिप्शन है, स्पेशल क्लासेस है। ये जो पूरे ब्लैक ਦੇ ਵਿੱਚ ਦਿੱਤੇ ਨੇ ਇਹਨਾਂ ਨੂੰ ਫੇਸਡ ਕਿਹਾ ਜਾਂਦਾ ਬੇਟਾ। ਇਸ ਤੋਂ ਇਲਾਵਾ ਇੱਕ ਫੇਸਡ ਦੇ ਵਿੱਚ ਜੋ ਵਰਲਡ ਹੈ, ਨੇਸ਼ਨ ਹੈ, ਰਿਲੀਜਨ ਹੈ, ਸਟੇਟ ਹੈ, ਇਸ ਦੇ ਆਈਸੋਲੇਟ ਹੁੰਦੇ ਨੇ। ਕਹਿਣ ਦਾ ਭਾਵ ਹੈ ਕਿ ਇੱਕ ਵਿਸ਼ੇ ਦੇ ਵਿੱਚ ਮੁੱਖ ਹੈ ਉਹ ਸਬਜੈਕਟ ਹੈ, ਉਸ ਤੋਂ ਬਾਅਦ ਜੋ ਬਲੈਕ ਦੇ ਵਿੱਚ ਦਿੱਤਾ ਹੈ ਉਹ ਬੇਟਾ ਫੇਸਡ ਹੈ ਹੋਏ ਨੇ ਤਾਂ ਉਹ ਉਹਨਾਂ ਨੂੰ ਆਈਸੋਲੇਟ ਕਿਹਾ ਜਾਂਦਾ। ਇਹ ਮੈਂ ਤੁਹਾਨੂੰ ਕੋਲਨ ਲੈ ਕੇ ਸਪੈਸ਼ਲ ਸਮਝਾ ਰਿਹਾ ਕਿਉਂਕਿ ਇਹ ਜੋ ਸ਼ਬਦ ਹੈ ਨਾ ਸਬਜੈਕਟ ਹੈ, ਫੇਸਟ ਹੈ, ਆਈਸੋਲੇਟ, ਹੁਣ ਆਪਾਂ ਨੂੰ ਬਾਰ-ਬਾਰ ਆਣਗੇ ਇਹ ਸ਼ਬਦ। ਤਾਂ ਪਹਿਲਾਂ ਤੋਂ ਆਪਾਂ ਨੂੰ ਇਹਨਾਂ ਨੂੰ ਸ਼ਬਦਾਂ ਨੂੰ ਜਾਣਨਾ ਜ਼ਰੂਰੀ ਹੈ ਵੀ ਕਿਹਨਾਂ ਨੂੰ ਸਬਜੈਕਟ ਕਿਹਾ ਜਾਂਦਾ, ਕਿਹਨਾਂ ਨੂੰ ਫੇਸਟ ਕਿਹਾ ਜਾਂਦਾ, ਕਿਹਨਾਂ ਨੂੰ ਆਈਸੋਲੇਟ ਕਿਹਾ ਜਾਂਦਾ। ਹਾਲਾਂਕਿ ਜੋ ਮੇਰੀ ਕੋਚਿੰਗ ਚੱਲ ਰਹੀ ਹੈ ਜਾਂ ਅੱਗੇ ਜੋ ਨਵਾਂ ਮੇਰਾ ਬੈਚ ਆਵੇਗਾ ਬੇਟਾ ਉਸ ਦੇ ਵਿੱਚ ਟੈਕਨੀਕਲ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਮੈਂ ਹਰ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਕਿੱਥੋਂ ਕਿੱਥੋਂ ਕੁਐਸਚਨ ਬਣਦੇ ਨੇ ਉਹਨਾਂ ਕੁਐਸਚਨਾਂ ਤੱਕ मैं ਤੁਹਾਨੂੰ ले जाने की कोशिश करांगा भी इस ये चीज़ होंगे ने। हालांकि देखो ज़्यादा आप खुद टैक्नीकल भी आप करिए ना क्लासिफिकेशन कैटालॉगिंग लगभग 3-4 महीने ज़्यादा भी इस लग जाते हैं। इन्ना बड़ा क्लासिफिकेशन कैटालॉगिंग सिस्टम है, लेकिन इन्हों मैं ਤੁਹਾਨੂੰ बहुत आसान शब्दों में इन्ना कुछ बेटा करवाने की कोशिश मैं की है ऑलरेडी मेरी क्लास कि बच्चा कम तो कम 4 ऑप्शनों के एक ऑप्शन फड़ के ले आवे भी इसका उत्तर है अपन वही चाहिए उन्हें नहीं चाहिए। फिर भी ਤੁਹਾਨੂੰ ਹੋਰ भी जो अगे क्लासा आएगियां मेरी अगे जो लाइव बैच आएगा उस बहुत बढ़िया तरह मैं होर ਤੁਹਾਨੂੰ करवाने की कोशिश करांगा। लेकिन तुसी एक बार इत्थों शुरुआत तुहाडी करो क्योंकि कल जो भर्ती आ जाती हुण कई बच्चों के देखो मैसेज भी आए ने मेरे को कि गुरु जी बैकलॉग का की बनया जी, नवीं पोस्टां कदों आने। मैं देखो सदा ही पॉजिटिव माइंड नाल सतगुरु सच्चे पातशाह ते आ सकदा होया मेहनत करदा ते करवाउणा ते एक हुंदी है भी आणगी पोस्टां। ਤਾਂ देखो 693 ਦੀ ਜਦੋਂ ਪੋਸਟ ਆਈਆਂ ਸੀ ਨਾ ਉਸ ਤੋਂ ਪਹਿਲਾਂ ਮੈਂ ਡੈਮੋ ਮੇਰੀ ਆ ਗਈ ਸੀ YouTube ਚੈਨਲ ਤੇ। ਇਸ ਤੋਂ ਇਲਾਵਾ ਜੋ ਮੇਰੀ ਕਿਤਾਬ ਆ ਗਈ ਸੀ ਮੈਂ ਪੂਰੀ ਲਿਖਤੀ ਸੀ, ਉਸ ਨੂੰ ਕਰੈਕਸ਼ਨ ਕਰਾ ਲਈ ਸੀ, ਟਾਈਪ ਕਰਾ ਲਈ ਸੀ। ਪਬਲਿਕੇਸ਼ਨ ਬਾਅਦ ਦੇ ਵਿੱਚ ਹੋਈ ਹੈ ਪੋਸਟ ਆਉਣ ਤੋਂ ਪਹਿਲਾਂ। ਤੁਸੀਂ ਮੈਨੂੰ ਦੇਖਿਆ ਜੇ ਕਿ ਮੇਰੇ ਖਿਆਲ ਮਾਰਚ 2021 ਦੇ ਵਿੱਚ ਪੋਸਟ ਆਈਆਂ ਸੀ। ਉਸ ਤੋਂ ਪਹਿਲਾਂ 4 ਜਨਵਰੀ 2021 ਤੇ ਮੇਰੀ YouTube ਚੈਨਲ ਤੇ ਪਹਿਲੀ ਕਲਾਸ ਸੀ ਜੀ। ठीक है, करने वाले तो चलो सच्चे पातशाह है, उन्होंने आदेश आशीर्वाद होता है, मैं तो इस कुछ नहीं हाँ। लेकिन मैं एक सकारात्मक रूप के नाल मेहनत करदा तो कराउना। मैं चाहता कि अगे जी पोस्ट आन उस मेरे को जो बच्चा तैयारी करे वो बच्चा लाइब्रेरियन बनना चाहिए। तो मैं स्पष्ट शब्दों में कहना बेटा जे मेहनत नहीं करोगे तो रिजल्ट नहीं आना। ये चीज़ मैं कहना तुहानू खुद क्योंकि ये बहुत वड्डा विषय है। हर एक चीज़ की समझ इस आपां नू अगे लेके जाती है। इस कुछ बेटा बैकलॉग के मैं जो बैच कराया से कई बच्चे से कि मटीरियल इकट्ठा करते रहे पूरे 3-4 महीने। हुण भी कहना जो पोस्ट आएगी ज़्यादा लंबा चौड़ा तैयारी के टाइम आपां नूं नहीं मिलेगा। ये चीज़ है, ये जिन्नियां पोस्टां लेट होनियां उन्ना एग्जाम छेती होना, उन्ना एग्जाम छेती होना, उन्ना रिजल्ट छेती होना, रिजल्ट छेती होना, उन्हें ज्वाइनिंग छेती होनी है। ये चीज़ है इस तां करके तैयारी करनी है नहीं करनी है किन्नी करनी है कित्थों करनी है तुहाडा स्वतंत्र हो, तुहानूं पता है इस चीज़ का। लेकिन मैं बढ़िया रूप दे विच करा रहा। मैं भी चाहता कि कोई बच्चा आवे टाइम नाल जुड़े ताकि उसनूं बढ़िया रिजल्ट मिले। तुसीं भी 4 रुपए मैनूं दोगे, तुहाडी मेहनत की कमाई दे दोगे। मैं हर एक पैसे की तुहाडी कदर करदा, इज्जत मान करदा जी। ठीक है, तो गल मैं तुहानूं ये चीज़ असीं फिजन दे विच वंडना हुंदा है। वंडन दे विच आपां 3 शब्द पढ़ांगे, सब्जैक्ट है, फैसिट है, आइसोलेट है। इस दे विच कहांगे सब्जैक्ट मेन हुंदा है, उस सब्जैक्ट दे विच जो वड्डा पार्ट हुंदा है, अलग अलग पार्ट जो बने हुंदे ने बेटा उन्हां नूं फैसिट कहा जांदा है। एक फैसिट दे विच अलग छोटे छोटे जिहड़े पार्ट हुंदे ने, जिवें आपां ये समझ लो 1 नंबर की है बेटा सब्जैक्ट है। फैसिट के बारे में आप गल करिए, इस सब्जैक्ट के इसके छोटे छोटे भाग है, वड्डे वड्डे भाग है, वो इस प्रकार है। फिर आइसोलेट क्या होंदा है 1.1, 1.2, 1.3, 1.4 इस प्रकार आ गया ना। ये आ गया तो उदाहरण दी है मैं, एक ही आ गया बेटा सब्जैक्ट आ गया, एक ही आ गया फैसिट आ गया, एक ही आ गया बेटा आइसोलेट आ गया। क्वेश्चन में लैमीनेशन फर्स्ट सैकेंड थर्ड पढ़ांगे। हुण फिजन आप पढ़ांगे 3 प्रकार का है, फिजन फर्स्ट, फिजन सैकेंड, फिजन थर्ड। इस की चीज़ां शामिल की जांदियां ने वो इस आप पढ़ांगे। तो मैं तुहानूं बहुत आसान शब्दों में समझा दिता सब्जैक्ट की होंदा है, फैसिट की होंदा है, आइसोलेट की होंदा है। चलो इस अगे आप इस पढ़ते पहला आप पढ़ांगे बेटा फिजन की पढ़ांगे। इस फिजन आप पढ़ांगे। फिजन का अर्थ होंदा है विखंडन करना बेटा, की है वंडना। फिजन फिजन विच वंडना बेटा। डॉक्टर एस आर रंगानाथन दी इस उदाहरण है भाई। इसका अर्थ होंदा बेटा वंडना। अर्थ की होंदा है वंडना।
ਇੱਕ ਵਿਸ਼ੇ ਨੂੰ ਅਲੱਗ-ਅਲੱਗ ਭਾਗਾਂ ਵਿੱਚ ਵੰਡਣ ਨੂੰ ਕੀ ਕਿਹਾ ਜਾਂਦਾ ਹੈ? ਫਿਜ਼ਨ ਕਿਹਾ ਜਾਂਦਾ ਹੈ। ਇਹ ਚੀਜ਼ ਇਸ ਦੀ ਯਾਦ ਰੱਖਣਾ ਹੈ। ਠੀਕ ਹੈ, ਇਸ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਹੈ ਵਿਖੰਡਨ, ਇਹ ਫਿਜ਼ਨ ਹੈ, ਇੱਕ ਤਿੰਨ ਪ੍ਰਕਾਰ ਦਾ ਹੁੰਦਾ ਹੈ। ਕਿਹੜਾ ਫਿਜ਼ਨ ਕੀ ਪ੍ਰਕਾਰ ਦਾ ਹੁੰਦਾ ਹੈ? ਤਿੰਨ। ਫਿਜ਼ਨ ਫਸਟ ਦੇਖੋ, ਫਿਜ਼ਨ ਫਸਟ ਦੇ ਵਿੱਚ ਇਸ ਦੇ ਵਿੱਚ ਆਉਂਦਾ ਹੈ ਕਿ ਇਹੋ ਜਿਹੇ ਵਿਸ਼ੇ ਜੋ ਇਸ ਨੂੰ ਫਿਜ਼ਨ ਫਸਟ ਨੂੰ ਕਿਹਾ ਜਾਂਦਾ ਪਰੰਪਰਾਗਤ ਫਿਜ਼ਨ। परंपरागत मतलब बेटा ओल्ड सब्जेक्ट जो अज भी उसी रूप में चलते सी, अज भी चल रही है। परंपरागत वंडन बेटा, ठीक है, या वंडना इसको ਇਹੋ ਜਿਹਾ ਵਿਸ਼ਾ ਹੈ ਜਿਸ ਰੂਪ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਉਹ ਅੱਗੇ ਵੰਡਿਆ ਗਿਆ ਹੈ, ਲੇਕਿਨ ਉਹ ਪਰੰਪਰਾਗਤ ਹੈ, ओल्ड सब्जेक्ट है, अज भी उसी रूप दे विच ये चल रहा है। इस दे विच आपां गल करिए बेटा गणित, भौतिक विज्ञान, भौतिक बेटा फिजिक्स जिसनूं आपां किया जाता है। इस दे विच इहो जिहा, हालांकि आपां गल करिए तां गणित नूं किस दे विच बनदा बेटा? दो भागां विच बनता, अंक गणित अते बीज गणित। तां मेन सब्जेक्ट इस दे विच की सी बेटा? गणित सी। दो भागों में बनता की है? अंक गणित। ये विखंड की बन गया बेटा? फिजन हो गया, एक विषय का विखंडन हो गया, लेकिन ये भी की है बेटा? मेन सब्जेक्ट है। हुण की हो गया बेटा? अंक गणित भी मेन सब्जेक्ट हो गया, बीज गणित भी मेन सब्जेक्ट हो गया। ये जो सब्जेक्ट बन गए जो निकल के किस तो आए बेटा? मैथमैटिक्स तो निकल के आए। मैथमैटिक्स एक परंपरागत विषय सी, ओल्ड सब्जेक्ट सी, जो मतलब कि ये कई हज़ार सालों तो चला आ रहा मैथमैटिक्स। इसनों अगे दो बनाते, अंक गणित और बीजगणित। ये भी बेटा हुण की है कि बेसिक सब्जेक्ट आपां गल करिए जदों वंडिया जाता है उसकी होंद उसी रूप दे विच रहिंदी है। तब गणित है तो उसी रूप विच बैठा ना। इस तो दो नवे विषय किहड़े बने बेटा? अंक गणित और बीजगणित। ये भी की बन गए? बेसिक प्राइमरी सब्जेक्ट है जो बन गए। लेकिन ध्यान रखना वाला बात है कि गणित का इन्हां उत्ते कोई प्रभाव नहीं। ये भी स्वतंत्र है बेटा, ये भी स्वतंत्र है, ये स्वतंत्र पावे है कि बेसिक जो मेन सब्जेक्ट बनेगा वो स्वतंत्र होएगा, उसका किसी विषय उत्ते कोई प्रभाव नहीं होगा। उसको फिजन फर्स्ट के नाम तो जानिया जाता है। किस नाम तो जानिया जाता है? फिजन है वो फर्स्ट के नाम तो इसके विच जानिया जाता है बेटा। फिजन सैकेंड आप गल करिए, फिजन सैकेंड इसके विच फिजन सैकेंड आप गल करिए, फिजन सैकेंड फेस इसनूं कहा जाता है निकाय विखंडन। जो निकाय मतलब कोई विचारधारा वाले सब्जेक्ट जो किसी विचारधारा नूं लेके बने अते वो अज जाके मेन सब्जेक्ट बन गए। सब तो वड्डी गल आंदी है इस विच साइकोलॉजी की बेटा, साइकोलॉजी मनोविज्ञान। हुण साइकोलॉजी भी अलग प्रकार की होंदी है बेटा। उस तो बाद अर्थशास्त्र, अर्थशास्त्रिक विचारधारा बेटा। साइकोलॉजी अगे जाता है चाइल्ड साइकोलॉजी है, अडल्ट साइकोलॉजी है, अलग अलग प्रकार की आप एजुकेशन साइकोलॉजी है, साइकोलॉजी पढ़ते हैं। तो यहो जिहे विषय जो किसी विचारधारा नूं लेके चले तो बाद विच जाके ये मेन सब्जेक्ट बन गए, इन्हों किया जाता है बेटा फिजन। फिजन सैकेंड किया जाता है। ये राजस्थान के फर्स्ट सैकेंड थर्ड के जो क्वेश्चन बने सी 3-4 इत्थे हो सकता बेटा 7-8 क्वेश्चन बने हो, 9 भी बने हो, 10 भी बने हो राजस्थान लाइब्रेरी के। तो ये बहुत महत्वपूर्ण टॉपिक है। इस तो इस आप गल करिए साइकोलॉजी, साइकोलॉजी की है एक विचारधारा, अर्थशास्त्र की है एक विचारधारा नाल संबंधित है। साइकोलॉजी भी की है बेटा, ये अर्थशास्त्र है, ये एक विचारधारा नाल ही संबंधित है। इस मेरे ख्याल बोर्ड है रुक गया। चलो कोई गल नहीं, मैं तुहानू अज जो कराया बेटा उन्होंने रिपीट करा देने। अज की क्लास इस आप पढ़ रहे हैं बेटा सब्जेक्ट निर्माण विधि। सब्जेक्ट निर्माण विधि के निर्माण करता सन बेटा डॉक्टर शाली रामामृता रंगानाथन अय्यर। भी डॉक्टर शाली रामामृता रंगानाथन अय्यर पहले व्यक्ति सन जिन्होंने किसका निर्माण किया बेटा? सब्जेक्ट निर्माण विधि का निर्माण किया 1950 ईस्वी के एक आलेख दे विच। लेकिन इन्होंने पहली बार जो वर्णन किया है वो सी 1957 ईस्वी दे विच।
ਇਹਨਾਂ ਦੀ ਪਹਿਲੀ ਕਿਤਾਬ ਪ੍ਰੋਲੇਗਾਮਾ ਟੂ ਲਾਇਬ੍ਰੇਰੀ ਕਲਾਸੀਫਿਕੇਸ਼ਨ ਦਾ ਸੈਕਿੰਡ ਐਡੀਸ਼ਨ ਆਂਦਾ ਹੈ ਤੇ ਉਸ ਦੇ ਵਿੱਚ ਇਹ ਵਿਸ਼ੇ ਨਿਰਮਾਣ ਵਿਧੀ ਨੂੰ 4 ਪ੍ਰਕਾਰ ਦੇ ਦੱਸਦੇ ਨੇ ਵੀ, ਠੀਕ ਹੈ। ਉਸ ਤੋਂ ਬਾਅਦ 1960 ਈਸਵੀ ਦੇ ਵਿੱਚ ਇਹਨਾਂ ਨੂੰ 2 ਹੋਰ ਪ੍ਰਕਾਰ ਦੀ ਵਿਸ਼ੇ ਨਿਰਮਾਣ ਵਿਧੀ ਦਿੱਤੀ। ਇਸ ਪ੍ਰਕਾਰ ਡਾਕਟਰ ਸ਼ਾਲੀ ਰਾਮਾ ਮਿਰਤਾ ਰੰਗਾਨਾਥਨ ਅਈਅਰ ਵਿਸ਼ਵ ਦੇ ਵਿੱਚ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਵਿਸ਼ੇ ਨਿਰਮਾਣ ਵਿਧੀ ਦਿੱਤੀ ਤੇ ਕੁੱਲ 6 ਪ੍ਰਕਾਰ ਦਿੱਤੇ ਜੀ। ਇਹਨਾਂ ਤੋਂ ਬਾਅਦ ਸਨ 1973 ਈਸਵੀ ਵਿੱਚ ਇੱਕ ਵਿਅਕਤੀ ਆਉਂਦੇ ਨੇ ਜਿਨ੍ਹਾਂ ਦਾ ਨਾਮ ਸੀ ਬੇਟਾ AK ਨੀਲਮੇਗਨ। ਕੀ ਨਾਂ ਸੀ? AK ਨੀਲਮੇਗਨ। 1973 ਈਸਵੀ ਤੋਂ DRTC ਬੈਂਗਲੌਰ ਨੇ ਜੋ ਹੈ ਇਹਨਾਂ ਦੀ AK ਨੀਲਮੇਗਨ ਇਹੋ ਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਵਿਸ਼ੇ ਨਿਰਮਾਣ ਵਿਧੀ ਨੂੰ ਜੋ ਹੈ ਵਿਗਿਆਨਿਕ ਆਧਾਰ ਦਿੱਤਾ ਸੀ ਅਤੇ DRTC ਕਰਨਾਟਕਾ ਬੈਂਗਲੌਰ ਨੇ ਪਹਿਲੀ ਵਾਰ ਹੈ ਜੋ ਵਿਸ਼ੇ ਨਿਰਮਾਣ ਵਿਧੀ ਦਾ ਪ੍ਰਕਾਸ਼ਨ ਕੀਤਾ ਸੀ 1973 ਈਸਵੀ ਵਿੱਚ। ਤੇ ਕੁੱਲ ਕਿੰਨੇ ਪ੍ਰਕਾਰ ਦੇ ਵਿੱਚ ਵੰਡਿਆ ਸੀ? 3 ਪ੍ਰਕਾਰ। 12 ਪ੍ਰਕਾਰ ਸਨ ਜਿਨ੍ਹਾਂ ਦੇ 3 ਭਾਗ ਬਣਾਏ ਸਨ। ਕਿਹੜੇ ਕਿਹੜੇ ਸਨ ਬੇਟਾ? ਬੇਸਿਕ ਸਬਜੈਕਟ, ਇਸ ਤੋਂ ਇਲਾਵਾ ਇਹਨਾਂ ਨੇ ਬਣਾਇਆ ਸੀ ਕੰਪਲੈਕਸ, ਜੋ ਇਹਨਾਂ ਨੇ ਬਣਾਇਆ ਸੀ ਬੇਟਾ ਕੰਪਲੈਕਸ ਸਬਜੈਕਟ, ਇਸ ਤੋਂ ਇਹਨਾਂ ਨੇ ਬਣਾਇਆ ਸੀ ਕੰਪਾਊਂਡ ਸਬਜੈਕਟ। ਬੇਸਿਕ ਸਬਜੈਕਟ ਇਹੋ ਜਿਹੇ ਸਬਜੈਕਟ ਜੋ ਜਿਸ ਰੂਪ ਵਿੱਚ ਸੀ ਅੱਜ ਵੀ ਉਸੇ ਰੂਪ ਵਿੱਚ ਪਾਏ ਜਾਂਦੇ ਹੈ, ਹਾਲਾਂਕਿ ਇਹਨਾਂ ਨੂੰ ਟੁੱਟ ਕੇ ਜੋ ਪ੍ਰਾਇਮਰੀ ਬੇਸਿਕ ਸਬਜੈਕਟ ਬਣੇ ਨੇ ਜਿਨ੍ਹਾਂ ਉੱਤੇ ਕੋਈ ਪ੍ਰਭਾਵ ਇਹਨਾਂ ਦਾ ਨਹੀਂ ਹੈ। ਉਦਾਹਰਨ ਮੈਂ ਤੁਹਾਨੂੰ ਦਿੱਤੀ ਹੈ, ਇਸ ਦੇ ਵਿੱਚ ਆਉਂਦਾ ਫਿਜ਼ਨ ਵਗੈਰਾ ਆਉਂਦੇ ਨੇ ਬੇਟਾ। ਫਿਜ਼ਨ ਦੇ ਵਿੱਚ ਪਹਿਲੀ ਉਦਾਹਰਨ ਦਿੱਤੀ ਹੈ ਮੈਂ ਤੁਹਾਨੂੰ ਮੈਥਮੈਟਿਕਸ ਦੀ ਬੇਟਾ, ਠੀਕ ਹੈ। ਮੈਥਮੈਟਿਕਸ ਦੇ ਵਿੱਚ ਕੀ ਹੁੰਦਾ ਹੈ? ਇਸ ਤੋਂ ਅੰਕ ਗਣਿਤ ਅਤੇ ਬੀਜ ਗਣਿਤ ਬਣੇ। ਜੋ ਮੈਥਮੈਟਿਕਸ ਹੈ ਉਸ ਦਾ ਵੀ ਉਨਾ ਹੀ ਮਹੱਤਵ ਹੈ ਜਿੰਨਾ ਅੰਕ ਗਣਿਤ ਅਤੇ ਬੀਜ ਗਣਿਤ ਦਾ ਹੈ, ਠੀਕ ਹੈ। ਇਹ ਸੀ ਬੇਟਾ ਪ੍ਰਾਇਮਰੀ ਬੇਸਿਕ ਸਬਜੈਕਟ। ਇਸ ਤੋਂ ਇਲਾਵਾ ਆਉਂਦੇ ਬੇਟਾ ਕੰਪਲੈਕਸ ਸਬਜੈਕਟ। ਕੰਪਲੈਕਸ ਦਾ ਮਤਲਬ ਹੁੰਦਾ ਬੇਟਾ ਜਟਿਲ ਵਿਸ਼ੇ। ਕੀ ਹੁੰਦਾ ਹੈ? ਇਸ ਦੇ ਵਿੱਚ ਕੰਪਲੈਕਸ ਸਬਜੈਕਟ ਹੁੰਦਾ ਜਟਿਲ ਵਿਸ਼ੇ। ਨਹੀਂ, ਦੂਸਰਾ ਪ੍ਰਕਾਰ ਇਸ ਦੇ ਵਿੱਚ ਆਉਂਦਾ ਬੇਟਾ ਕੰਪਾਊਂਡ। ਕੰਪਾਊਂਡ ਹੁੰਦਾ ਬੇਟਾ ਮਿਸ਼ਰਣ ਕਿਸੇ ਚੀਜ਼ ਦੀ ਪਰਤ ਜਿਸ ਦੇ ਵਿੱਚ ਲੈਮੀਨੇਸ਼ਨ ਆਉਂਦਾ ਹੈ। ਕੰਪਾਊਂਡ ਦੇ ਵਿੱਚ ਇਹੋ ਜਿਹੇ ਵਿਸ਼ੇ ਆਣਗੇ ਜਿਸ ਤੇ 2 ਜਾਂ 2 ਤੋਂ ਅਧਿਕ ਵਿਸ਼ਿਆਂ ਨੂੰ ਮਿਲਾਇਆ ਜਾ ਸਕਦਾ ਹੈ। ਉਹਨਾਂ ਨੂੰ ਆਈਸੋਲੇਟ ਨੂੰ ਵੀ ਮਿਲਾਇਆ ਜਾ ਸਕਦਾ ਹੈ, ਉਹਨਾਂ ਦੇ ਫੇਸਿਸ ਨੂੰ ਵੀ ਮਿਲਾਇਆ ਜਾ ਸਕਦਾ ਹੈ, ਲੇਕਿਨ ਜਦੋਂ ਚਾਹੇ ਤਾਂ ਉਸ ਨੂੰ ਆਪਾਂ ਅਲੱਗ ਕਰ ਸਕਦੇ ਹਾਂ। ਇਹ ਹੁੰਦੀ ਹੈ ਬੇਟਾ ਕੰਪਲੈਕਸ, ਇਸ ਦੇ ਵਿੱਚ ਜੋ ਹੈ ਕੰਪਲੈਕਸ ਸਬਜੈਕਟ ਦੀ, ਨਹੀਂ ਕੰਪਾਊਂਡ ਸਬਜੈਕਟ ਦੀ। ਲੇਕਿਨ ਜੋ ਕੰਪਲੈਕਸ ਸਬਜੈਕਟ ਹੁੰਦਾ ਜਟਿਲ ਵਿਸ਼ੇ, ਉਸ ਦੇ ਵਿੱਚ ਇਹੋ ਜਿਹੇ ਵਿਸ਼ੇ ਸ਼ਾਮਿਲ ਕੀਤੇ ਜਾਂਦੇ ਨੇ ਜੋ ਚਾਹੇ ਬੇਸਿਕ ਸਬਜੈਕਟ ਤੋਂ ਬਣੇ ਹੋਣ ਬੇਟਾ ਜਾਂ ਚਾਹੇ ਉਹ ਹੁਣ ਕੰਪਾਊਂਡ ਮਿਸਰੀ ਤੋਂ ਬਣੇ ਹੋਣ, ਲੇਕਿਨ ਜੋ ਕੰਪਲੈਕਸ ਸਬਜੈਕਟ ਹੈ ਉਹ ਅਲੱਗ ਉਹਨਾਂ ਨੂੰ ਆਪਾਂ ਨਹੀਂ ਕਰ ਸਕਦੇ। ਉਹਨਾਂ ਦਾ ਵੀ ਉਨਾ ਹੀ ਮਹੱਤਵ ਹੁੰਦਾ ਹੈ ਜਿੰਨੇ ਬੇਸਿਕ ਸਬਜੈਕਟ ਪਲੱਸ ਕੰਪਾਊਂਡ ਦਾ ਹੁੰਦਾ ਹੈ, ਤਾਂ ਉਹ ਕੰਪਲੈਕਸ ਸਬਜੈਕਟ ਦੀ ਸ਼੍ਰੇਣੀ ਵਿੱਚ ਆਉਂਦੇ ਨੇ। ਪਹਿਲਾਂ ਆਪਾਂ ਸ਼ੁਰੂਆਤ ਕੀਤੀ ਹੈ ਫਿਜ਼ਨ। ਫਿਜ਼ਨ ਦੇ ਵਿੱਚ ਇਹੋ ਜਿਹੇ ਮੇਨ ਵਿਸ਼ੇ ਹੈ ਜਿਸ ਦੇ ਵਿੱਚ ਫਿਜ਼ਨ ਫਸਟ ਹੈ। ਫਿਜ਼ਨ ਫਸਟ ਇਹ ਪੜ੍ਹਿਆ ਕਿ ਇਹੋ ਜਿਹੇ ਪ੍ਰਾਇਮਰੀ ਬੇਸਿਕ ਸਬਜੈਕਟ ਜੋ ਜਿਸ ਰੂਪ ਦੇ ਵਿੱਚ ਸ਼ੁਰੂ ਕੀਤੇ ਗਏ ਸੀ, ਜੇ ਉਹਨਾਂ ਨੂੰ ਵੰਡਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਉਸ ਵੰਡੇ ਹੋਏ ਉੱਤੇ ਬੇਸਿਕ ਸਬਜੈਕਟ ਅਤੇ ਕੋਈ ਪ੍ਰਭਾਵ ਨਹੀਂ ਪੈਂਦਾ। ਸਭ ਤੋਂ ਪ੍ਰਾਚੀਨ ਆਪਾਂ ਵਿਸ਼ੇ ਪੜ੍ਹਿਆ ਮੈਥਮੈਟਿਕਸ, ਜਿਸ ਨੂੰ 2 ਭਾਗਾਂ ਵਿੱਚ ਵੰਡਿਆ ਹੈ, ਅੰਕ ਗਣਿਤ ਅਤੇ ਬੀਜ ਗਣਿਤ। ਦੂਸਰਾ ਆਪਾਂ ਪੜ੍ਹਿਆ ਹੈ ਫਿਜ਼ਨ ਸੈਕਿੰਡ। ਫਿਜ਼ਨ ਸੈਕਿੰਡ ਦੇ ਵਿੱਚ ਇਹੋ ਜਿਹੇ ਵਿਸ਼ੇ ਜੋ ਕਿਸੇ ਵਿਚਾਰਧਾਰਾ ਨੂੰ ਲੈ ਕੇ ਸ਼ੁਰੂ ਕੀਤੇ ਗਏ ਸਨ ਅਤੇ ਅੱਜ ਜਾ ਕੇ ਜੋ ਹੈ ਪ੍ਰਾਇਮਰੀ ਬੇਸਿਕ ਸਬਜੈਕਟ ਬਣੇ, ਜਿਸ ਪ੍ਰਕਾਰ ਸਾਈਕੋਲੋਜੀ ਨੂੰ ਵੀ ਹਾਲਾਂਕਿ ਆਪਾਂ ਵੰਡ ਸਕਦੇ ਹਾਂ। ਚਾਈਲਡ ਸਾਈਕੋਲੋਜੀ ਹੈ, ਅਡਲਟ ਸਾਈਕੋਲੋਜੀ ਹੈ, ਟੀਚਿੰਗ ਸਾਈਕੋਲੋਜੀ ਹੈ, ਇਸ ਪ੍ਰਕਾਰ ਆਪਾਂ ਵੰਡ ਸਕਦੇ ਹਾਂ ਬੇਟਾ, ਜਿਸ ਦੇ ਵਿੱਚ ਇਕਨੋਮਿਕਸ, ਅਰਥ ਸ਼ਾਸਤਰ ਹੈ। ਇਹ ਸਾਰੀਆਂ ਕੀ ਨੇ? ਵਿਚਾਰਧਾਰਾ ਨੇ ਜਿਨ੍ਹਾਂ ਨੂੰ ਫਿਜ਼ਨ ਸੈਕਿੰਡ ਦੇ ਨਾਂ ਤੋਂ ਜਾਣਿਆ ਜਾਂਦਾ। ਇਹ ਟੌਪਿਕ ਹੈ ਦਾ ਜਿਸ ਦੇ ਵਿੱਚ ਮੈਂ ਤੁਹਾਨੂੰ ਵਿਸ਼ੇ ਨਿਰਮਾਣ ਵਿਧੀ, ਹਾਲਾਂਕਿ ਇਹ ਸ਼ੁਰੂਆਤ ਹੈ ਵਿਸ਼ੇ ਨਿਰਮਾਣ ਵਿਧੀ, ਬਹੁਤ ਅੱਗੇ ਇਸ ਤੇ ਅੱਗੇ ਅਲੱਗ-ਅਲੱਗ ਪ੍ਰਕਾਰ ਆਣਗੇ, ਕਿੰਨੇ ਪ੍ਰਕਾਰ ਇਹਨਾਂ ਨੂੰ ਵੰਡਿਆ ਜਾਂਦਾ ਹੈ। ਤਾਂ ਲੱਗੇ ਮੰਨੋ 5-6 ਘੰਟੇ ਦੀ 7-8 ਘੰਟੇ ਦੀ ਇਹ ਕਲਾਸ ਜੇ ਆਪਾਂ ਇੱਕ ਚੀਜ਼ ਇਸ ਨੂੰ ਵਿਸਤਾਰਪੂਰਵਕ ਵੜੀਏ ਤਾਂ ਇਹ ਸਮਾਂ ਇਸ ਦੇ ਵਿੱਚ ਲੱਗਦਾ ਹੈ। ਅੱਜ ਦੀ ਕਲਾਸ ਵਿੱਚ ਮੈਂ ਤੁਹਾਨੂੰ ਬੇਸਿਕ ਤੌਰ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਧਾਰਨ ਕੁਐਸਚਨ ਯਦि ਆਪਣਾ ਬਣੇ ਤਾਂ ਕਿਸ ਪ੍ਰਕਾਰ ਜੋ ਬੇਸਿਕ ਸਬਜੈਕਟ ਹੈ, ਕੰਪਲੈਕਸ ਸਬਜੈਕਟ ਹੈ, ਕੰਪਾਊਂਡ ਸਬਜੈਕਟ ਹੈ, ਇਹਨਾਂ ਦੇ ਵਿੱਚੋਂ ਆਪਾਂ ਬਹੁਤ ਛੋਟਾ ਜਿਹਾ ਜਾਂ ਲੈਮੀਨੇਸ਼ਨ ਕਿਸ ਭਾਸ਼ਾ ਤੋਂ ਸ਼ਬਦ ਹੈ, ਵਿਸ਼ੇ ਨਿਰਮਾਣ ਵਿਧੀ ਦੀ ਸ਼ੁਰੂਆਤ ਕਿਸਨੇ, ਛੋਟਾ ਜਿਹਾ ਹਲਕਾ ਜਿਹਾ ਯਦि ਕੁਐਸਚਨ ਇੱਥੋਂ ਬਣੇ, 1 ਜਾਂ 2 ਕੁਐਸਚਨ ਤੁਸੀਂ ਪੰਜਾਬ ਸਕੂਲ ਲਾਇਬ੍ਰੇਰੀ ਵਿੱਚ, ਪੰਜਾਬ ਲਾਇਬ੍ਰੇਰੀ ਡੀ ਸਟੋਰ ਦੇ ਵਿੱਚ ਇੱਥੋਂ ਨਿਕਾਲ ਕੇ ਲੈ ਕੇ ਆ ਸਕਦੇ ਹੋ। ਜੇ ਮੈਚਿੰਗ ਵਗੈਰਾ ਵਿੱਚ ਪੁੱਛੇ ਤਾਂ ਉਹ ਆਪਾਂ UGC ਨੈਟ ਦੇ ਵਿੱਚ ਆਪਾਂ ਨਿਕਾਲ ਕੇ ਲੈ ਕੇ ਆ ਸਕਦੇ ਹਾਂ। ਤਾਂ ਇਹ ਆਪਣੀ ਅੱਜ ਦੀ ਕਲਾਸ ਸੀ। ਸਾਰਿਆਂ ਨੂੰ ਮੈਂ ਜੋ ਬੱਚੇ ਕੰਪਲੀਟ ਕਲਾਸ ਦੇਖਦੇ ਆ, ਮੈਂ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਦਾ। ਸਾਰਿਆਂ ਦਾ ਨਿਊਨ ਪ੍ਰਣਾਮ, ਨਮਸਕਾਰ, ਸਾਰਿਆਂ ਦਾ ਅਭਿਨੰਦਨ, ਸਾਰਿਆਂ ਦਾ ਸਵਾਗਤ, ਸਤਿ ਸ੍ਰੀ ਅਕਾਲ ਸਾਰੇ ਬੱਚਿਆਂ ਨੂੰ।